ਜਿਨ੍ਹਾਂ ਦਸੰਤੜਿਆ ਦੁਰਮਤ ਵੰਗਿਆ ਜਿਨ੍ਹਾਂ ਦਸੰਤੜਿਆ ਦੁਰਮਤ ਵੰਗਿਆ ਮਿੱਤਰ ਸਾਗੜੇ ਸੇ ਹਾਉ ਟੁੰਡੇ ਦੀ ਜਾਗ ਸਵਾਇਆ ਧਨ ਨਾਨਕ ਵੇਲੇ ਕੇ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਰੀ ਉਹਨਾਂ ਪਿਆਰਿਆਂ ਨੂੰ ਮਿਲਿਆ ਤੇਰਾ ਨਾਮ ਚਿਤ ਆਵੇ ਮੇਰੀ ਉਹਨਾਂ ਪਿਆਰਿਆਂ ਨੂੰ ਮਿਲਿਆ ਤੇਰਾ ਨਾਮ ਚਿਤ ਆਵੇ ਮੇਰੀ ਉਹਨਾਂ ਪਿਆਰਿਆਂ ਨੂੰ ਮਿਲਿਆ ਤੇਰਾ ਨਾਮ ਚਿਤ ਆਵੇ ਮੇਰੀ ਉਹਨਾਂ ਪਿਆਰਿਆਂ ਪਿਆਰ ਜੀ ਮੇਰੀ ਉਹਨਾਂ ਪਿਆਰਿਆਂ ਨੂੰ ਪਿਆਰ ਜੀ ਮੇਰੀ ਉਹਨਾਂ ਪਿਆਰਿਆਂ ਨੂੰ ਜੀ ਮੇਰੀ ਉਹਨਾਂ ਪਿਆਰਿਆਂ ਨੂੰ ਜੀ ਮੇਰੀ ਉਹਨਾਂ ਪਿਆਰਿਆਂ ਨੂੰ ਮੇਰੀ ਉਹਨਾਂ ਪਿਆਰਿਆਂ ਨੂੰ ਹਰੇ ਜੀ ਮੇਰੀ ਉਹਨਾਂ ਪਿਆਰਿਆਂ ਨੂੰ ਨਾਮ ਲਿਆ ਤੇਰਾ ਨਾਮ ਚਿਤ ਆਵੇ ਜੀ ਨਾਮ ਚਿਤ ਆਵੇ ਮੇਰੀ ਉਹਨਾਂ ਪਿਆਰਿਆਂ ਨੂੰ ਮਿਲਿਆ ਤੇਰਾ ਨਾਮ ਚਿਤ ਆਵੇ ਮੇਰੀ ਉਹਨਾਂ ਪਿਆਰਿਆਂ ਨੂੰ ਮਿਲਿਆ ਤੇਰਾ ਨਾਮ ਚਿਤ ਆਵੇ ਮੇਰੀ ਉਹਨਾਂ ਪਿਆਰਿਆਂ ਨੂੰ ਮਿਲਿਆ ਤੇਰਾ ਨਾਮ ਚਿਤ ਹਾਂਜੀ
ਜਿੰਨਾਦ ਸੰਦੜਿਆ ਦੁਰਮਤ ਵੰਜੈ ਨਿਤਰ ਸਾਗੜੇ ਸੇ ਹਉ ਟੁੰਡੇ ਦੇ ਜਗ ਧਨ ਨਾਨਕ ਵੇਲੇ ਕੇ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੇ ਨਵਾਜੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਸਵਾਲ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਗੁਰਮੁਖ ਪਿਆਰਿਓ, ਸਤ ਸੰਗਤ ਜਿਹੜੀ ਹੈ ਇੱਕ ਇਹੋ ਜਿਹਾ ਰਸਤਾ ਹੈ ਸਤ ਸੰਗਤ ਜਿੱਥੇ ਆ ਕੇ ਜਮਾਂ ਦਾ ਡਰ ਖਤਮ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦੱਸਦੇ ਹਨ, ਭਗਤ ਕੀਰਤ ਜੀ ਲਿਖਦੇ ਨੇ, ਉਹਨਾਂ ਦੀ ਬਾਣੀ ਹੈ ਭਗਤਾਂ ਦੀ ਬਾਣੀ। ਭਗਤ ਕੀਰਤ ਜੀ ਦਾ ਇਹ ਸ਼ਬਦ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ। ਉਹ ਲਿਖਦੇ ਹਨ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਅਸੀਂ ਔਗੁਣਾਂ ਦੇ ਭਰੇ ਹੋਏ ਹਾਂ। हे ਸਤਿਗੁਰੂ ਜੀ, ਸਾਡੇ ਵਿੱਚ ਕੋਈ ਵੀ ਗੁਣ ਨਹੀਂ ਹੈ। ਅਸੀਂ ਔਗਣ ਕਰਦੇ ਵੀ ਬੜੇ ਹਾਂ, ਬੜੀਆਂ ਗਲਤੀਆਂ ਕਰਦੇ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਇੱਕ ਵੀ ਗੁਣ ਨਹੀਂ ਹੈ। ਪਰ ਗੁਰੂ ਦੇ ਦਰ ਤੇ ਆ ਕੇ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਵਗੁਣ ਨਾ ਵਿਚਾਰ ਹੋ ਕੋਈ। ਗੁਰੂ ਦੇ ਦਰ ਤੇ ਆ ਕੇ ਬੇਨਤੀ ਕਰਨੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤਿ। ਮਹਾਰਾਜ ਸਾਡੇ ਵਿੱਚ ਗੁਣ ਕੋਈ ਨਹੀਂ ਹੈ, ਔਗੁਣਾਂ ਦੇ ਭਰੇ ਪਏ ਹਨ। ਮਹਾਰਾਜ ਕਹਿੰਦੇ ਨੇ, ਹਮ ਆਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਗ। ਅਸੀਂ ਅੰਮ੍ਰਿਤ ਵਰਗੇ ਸੁਭ ਗੁਣਾਂ ਨੂੰ ਛੱਡ ਰਹੇ ਹਾਂ। ਜਿਹੜੇ ਮਨੁੱਖ ਦੇ ਅੰਦਰ ਚੰਗੇ ਗੁਣ ਹੁੰਦੇ ਨੇ ਨਾ, ਸੁਭ ਗੁਣ ਹੁੰਦੇ ਨੇ, ਉਹ ਵੀ ਅੰਮ੍ਰਿਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਦੇ ਵਚਨ ਆਉਂਦੇ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸਦੇ। ਕਹਿੰਦੇ ਇਸ ਦੇਹੀ ਦੇ ਅੰਦਰ ਪੰਜ ਚੋਰ ਨੇ, ਕਾਮ ਕ੍ਰੋਧ ਲੋਭ ਹੰਕਾਰ ਰੂਪੀ। ਉਹ ਕਰਦੇ ਕੀ ਨੇ ਚੋਰ?
ਕਹਿੰਦੇ ਅੰਮ੍ਰਿਤ ਲੁੱਟ ਹੈ, ਅੰਮ੍ਰਿਤ ਲੁੱਟਦੇ ਨੇ। ਉਹ ਅੰਮ੍ਰਿਤ ਕਿਹੜਾ ਲੁੱਟਦੇ ਨੇ? ਸਾਡੇ ਅੰਦਰ ਜਿਹੜੇ ਚੰਗੇ ਗੁਣ ਨੇ ਉਹ ਖਤਮ ਕਰ ਦਿੰਦੇ ਨੇ। ਸ਼ੁਭ ਗੁਣ, ਚੰਗੇ ਗੁਣ ਉਹ ਖਤਮ ਕਰ ਦਿੰਦੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੁੱਟ ਹੈ, ਮਨਮੁਖ ਨਹੀਂ ਬੁੱਝ ਹੈ, ਕੋਏ ਨਾ ਸੁਣੇ ਪੁਕਾਰ। ਇੱਥੇ ਭਗਤ ਕੀਰਤ ਜੀ ਵੀ ਕਹਿ ਰਹੇ ਨੇ, ਅੰਮ੍ਰਿਤ ਛਾੜ, ਅਸੀਂ ਅੰਮ੍ਰਿਤ ਵਰਗੇ ਚੰਗੇ ਸ਼ੁਭ ਗੁਣਾਂ ਨੂੰ ਛੱਡ ਰਹੇ ਹਾਂ। ਅੰਮ੍ਰਿਤ ਛਾੜ ਬਿਖੈ ਬਿਖੈ, ਦਿਨੋਂ ਦਿਨ ਅਸੀਂ ਵਿਸਿਆਂ ਦੇ ਵਿੱਚ ਗਲਤਾਨ ਹੋ ਰਹੇ ਹਾਂ। ਵਿਸੇ ਵਿਅਕਤ ਗਹਿਰ, ਚੁਗਲੀ, ਨਿੰਦਿਆ, ਈਰਖਾ, ਰਾਗ, ਦ્વੈਸ। ਤੇ ਗੁਰਮੁਖ ਪਿਆਰਿਓ, ਫਿਰ ਵਿਕਾਰ ਜਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ, ਇਹ ਵੀ ਜ਼ਹਿਰ ਦੇ ਸਮਾਨ ਨੇ। ਇਸੇ ਅੰਮ੍ਰਿਤ ਵਰਗੇ ਸੁਖ ਗੁਣਾਂ ਨੂੰ, ਖਿਮਾ, ਧੀਰਜਤਾ, ਦਇਆ, ਇਹਨਾਂ ਚੰਗੇ ਸੁਖ ਗੁਣਾਂ ਨੂੰ ਛੱਡ ਕੇ ਤੇ ਗੁਰਮੁਖ ਪਿਆਰਿਓ ਵਿਸੇ ਵਿਕਾਰਾਂ ਵਾਲੇ ਜਿਹੜੇ ਔਗਣ ਨੇ ਉਹਨਾਂ ਨੂੰ ਗ੍ਰਹਿਣ ਕਰ ਰਹੇ ਨੇ, ਉਹਨਾਂ ਨੂੰ ਖਾ ਰਹੇ ਨੇ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ। ਮਾਇਆ ਦੇ ਮੋਹ ਦੇ ਵਿੱਚ ਪੈ ਕੇ, ਭਰਮਾਂ ਦੇ ਵਿੱਚ ਅਸੀਂ ਭੁੱਲੇ ਫਿਰਦੇ ਹਾਂ। ਸੁੱਤ ਦਾਰਾ, ਧੀਆਂ ਪੁੱਤਰਾਂ ਸਿਉ ਪ੍ਰੀਤ ਲਗਾਈ, ਇਹਨਾਂ ਦੇ ਨਾਲ ਅਸੀਂ ਪ੍ਰੀਤੀ ਕਰਦੇ ਹਾਂ। ਗੁਰੂ ਦੇ ਨਾਲੋਂ ਅਸੀਂ ਟੁੱਟ ਕੇ, ਪ੍ਰਮਾਤਮਾ ਦੇ ਨਾਲੋਂ ਟੁੱਟ ਕੇ, ਪਰਮੇਸ਼ਰ ਦੇ ਨਾਲੋਂ ਟੁੱਟ ਕੇ, ਚੰਗੇ ਗੁਣਾਂ ਨੂੰ ਅਸੀਂ ਛੱਡ ਕੇ ਤੇ ਗੁਰਮੁਖ ਪਿਆਰਿਓ ਪ੍ਰਮਾਤਮਾ ਨਾਲੋਂ ਟੁੱਟ ਕੇ ਅਸੀਂ ਇਹਨਾਂ ਦੇ ਨਾਲ ਪ੍ਰੀਤੀ ਪਾ ਰਹੇ ਹਾਂ। ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਇੱਕ ਉੱਤਮ ਪੰਥ, ਸਭ ਤੋਂ ਉੱਤਮ ਪੰਥ ਦਾ ਮਤਲਬ ਦਾ ਰਸਤਾ, ਰਾਹ ਕਿਹੜਾ ਹੈ? ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਕਹਿੰਦੇ ਇੱਕ ਸੰਗਤ ਆ ਨਾ ਜਿਹੜੀ, ਸਤ ਸੰਗਤ ਜਿੱਥੇ ਬੈਠੇ ਆ, ਇਹ ਉੱਤਮ ਰਸਤਾ ਹੈ। ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ। ਕਹਿੰਦੇ ਜੇ ਤੁਸੀਂ ਸੰਗਤ ਦੇ ਨਾਲ ਮਿਲੋਗੇ ਨਾ, ਆ ਕੇ ਸਤ ਸੰਗਤ ਦੇ ਵਿੱਚ ਆਵੋਗੇ, ਚੰਗੇ ਗੁਣ ਗ੍ਰਹਿਣ ਕਰੋਗੇ, ਸਤ ਸੰਗਤ ਦੇ ਵਿੱਚ ਆ ਕੇ ਜਮ ਤਰਾਸ, ਤਰਾਸ ਦਾ ਅਰਥ ਹੁੰਦਾ ਡਰ, ਜਮਾਂ ਦਾ ਡਰ ਖਤਮ ਹੋ ਜਾਵੇਗਾ। ਕਿਹੜੇ ਜਮ ਨੇ? ਜੋ ਅਸੀਂ ਗਲਤੀਆਂ ਕਰ ਬੈਠਦੇ ਹਾਂ ਗੁਰਮੁਖ ਪਿਆਰੇ, ਉਹ ਜਮ ਵਰ ਕੇ ਫਿਰ ਸਾਨੂੰ, ਸਾਡੀ ਜਿੰਦ ਜਿਹੜੀ ਹੈ, ਜਾਨ, ਉਹ ਦੁਖੀ ਹੋ ਰਹੀ ਹੁੰਦੀ ਹੈ। ਫਿਰ ਅਸੀਂ ਮਾੜੇ ਕਰਮ ਕਰਨ ਤੋਂ ਹਟ ਜਾਵਾਂਗੇ। ਚਿੰਤਾ, ਫਿਕਰ, ਝੋਰਾ, ਗਮ ਹਰ ਵੇਲੇ ਸਾਨੂੰ ਲੱਗੇ ਰਹਿੰਦੇ ਨੇ। ਇਹਨਾਂ ਕਰਕੇ ਸਾਡੀ ਅੰਦਰ ਜਿੰਦ ਕਹਾਣੀ ਦੇ ਵਿੱਚ ਪੀੜੀ ਜਾਂਦੀ ਹੈ, ਦੁਖੀ ਹੋ ਰਹੀ ਹੈ। ਜਦੋਂ ਅਸੀਂ ਸਤਸੰਗ ਦੇ ਵਿੱਚ ਆਵਾਂਗੇ, ਗੁਰੂ ਦੇ ਸੱਚੇ ਗਿਆਨ ਦੇ ਨਾਲ, ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਜਿਉਵਾਂਗੇ, ਕਦੇ ਵੀ ਅਸੀਂ ਮਾੜੇ ਕਰਮ ਔਗਣ ਨਹੀਂ ਕਰਾਂਗੇ, ਔਗਣਾਂ ਤੋਂ ਬਚ ਜਾਵਾਂਗੇ ਤੇ ਸਾਡੀ ਜਿੰਦ ਜਿਹੜੀ ਆ ਉਹ ਸੁਖੀ ਹੋ ਜਾਵੇਗੀ, ਜਾਨ ਸੁਖੀ ਹੋ ਜਾਵੇਗੀ।
ਇਹ ਇੱਕੋ ਹੀ ਇੱਕ ਰਸਤਾ ਹੈ, ਸਭ ਤੋਂ ਉੱਤਮ ਹੈ। ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਲੰਤ ਜਮ ਤਰਾਸ ਮਟਾਈ। ਖੀਰਲੇ ਪੰਗਤੀਆਂ ਵਿੱਚ ਭੱਟ ਕੀਰਤ ਜੀ ਕਹਿੰਦੇ ਨੇ, ਇੱਕ ਅਰਦਾਸ ਭਾਟ ਕੀਰਤ। ਕਹਿੰਦੇ ਭਾਟ ਕੀਰਤ ਦੀ ਇੱਕ ਅਰਦਾਸ ਹੈ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਨਾਈ। हे ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈ। ਗੁਰੂ ਦੀ ਸ਼ਰਨ ਦੇ ਵਿੱਚ ਪਈਏ। ਗੁਰੂ ਦੀ ਸ਼ਰਨ ਦੇ ਵਿੱਚ ਪੈਣਾ, ਗੁਰੂ ਦੇ ਗਿਆਨ ਸਤਸੰਗ ਦੇ ਵਿੱਚ ਆ ਕੇ ਗੁਰੂ ਦੇ ਗਿਆਨ ਨੂੰ ਸਮਝਣਾ, ਉਸ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਣੀ ਤੇ ਗੁਰੂ ਦੀ ਸ਼ਰਨ ਪੈਣਾ। ਪਰ ਗੁਰਮੁਖ ਪਿਆਰਿਓ, ਭਾਗਾਂ ਵਾਲੀਆਂ ਰੂਹਾਂ ਨੇ ਜਿਹੜੇ ਸਤਸੰਗ ਦੇ ਵਿੱਚ ਆਉਂਦੇ ਨੇ। ਸਤਸੰਗ ਗੁਰਮੁਖ ਪਿਆਰਿਓ ਬਿਨਾਂ ਭਾਗਾਂ ਤੋਂ ਪ੍ਰਾਪਤ ਨਹੀਂ ਹੁੰਦੀ। ਸਤਸੰਗ ਜਿਹੜੀ ਹੈ ਉਹ ਵੀ ਭਾਗਾਂ ਦੇ ਨਾਲ ਮਿਲਦੀ ਹੈ। ਤੁਲਸੀਦਾਸ ਜੀ ਲਿਖਦੇ ਨੇ, ਸੁਤ ਦਾਰਾ ਧਨ ਲక్ష్ਮੀ ਪਾਪੀ ਕੇ ਵੀ ਹੋਏ। ਜਿਹੜੇ ਪਾਪੀ ਬੰਦੇ ਹੁੰਦੇ ਨੇ ਨਾ, ਕਹਿੰਦੇ ਉਹਨਾਂ ਦੇ ਵੀ ਧੀਆਂ ਪੁੱਤਰ ਹੁੰਦੇ ਨੇ। ਸੁਤ ਨਾਮ ਪੁੱਤਰ ਦਾ, ਦਾਰਾ ਇਸਤਰੀ, ਉਹਨਾਂ ਦੀਆਂ ਵੀ ਘਰ ਵਾਲੀਆਂ, ਪਰਿਵਾਰ ਹੁੰਦਾ ਉਹਨਾਂ ਦਾ, ਪਾਪੀ ਹੁੰਦੇ। ਸੁਤ ਦਾਰਾ ਧਨ ਲక్ష్ਮੀ, ਉਹਨਾਂ ਦੇ ਘਰਾਂ ਦੇ ਵਿੱਚ ਵੀ ਧਨ ਦੌਲਤ ਹੁੰਦੀ ਹੈ ਪਾਪੀ ਬੰਦਿਆਂ ਦੇ ਕੋਲ। ਪਰ ਤੁਲਸੀਦਾਸ ਕਹਿੰਦੇ ਨੇ, ਸੰਤ ਸਮਾਗਮ ਹਰ ਕਥਾ। ਕਿਤੇ ਰੱਬ ਦੇ ਪਿਆਰੇ ਸਤਸੰਗ ਕਰਦੇ ਹੋਣ, ਸਮਾਗਮ ਰੱਖੇ ਜਾਂਦੇ ਨੇ ਰੱਬ ਦੇ ਪਿਆਰਿਆਂ ਦੇ, ਕਥਾ ਕੀਰਤਨ ਦੇ ਦੀਵਾਨ ਸਜਦੇ ਨੇ, ਪ੍ਰਵਾਹ ਚੱਲਦੇ ਨੇ। ਜਿੱਥੇ ਹਰੀ ਦੀ ਕਥਾ ਹੁੰਦੀ ਹੈ, ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਵੇ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਹੋਏ। ਕਹਿੰਦੇ ਬੜੇ ਦੁਰਲਭ ਗੁਰਮੁਖ ਪਿਆਰਿਓ, ਦੁਰਲਭ ਤੋਂ ਭਾਵ ਬੜੀ ਮੁਸ਼ਕਲ ਦੇ ਨਾਲ ਮਿਲਦੇ ਨੇ। ਭਾਵ ਕਿ ਕੋਈ ਚੰਗਾ ਕਰਮ ਕੀਤਾ ਹੋਵੇ ਫਿਰ ਗੁਰਮੁਖ ਪਿਆਰਿਓ ਸਤਸੰਗ ਮਿਲਦੀ ਹੈ। ਤੇ ਜਿਹੜੇ ਸਤਸੰਗ ਦੇ ਵਿੱਚ ਆਉਂਦੇ ਨੇ ਗੁਰਮੁਖ ਪਿਆਰਿਓ, ਉਹਨਾਂ ਤੇ ਕਿਰਪਾ ਵੀ ਬੜੀ ਹੁੰਦੀ ਆ। ਉਹਨਾਂ ਨੂੰ, ਉਹਨਾਂ ਦਾ ਜੀਵਨ ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ ਤੇ ਮਨ ਵੀ ਫਿਰ ਹਮੇਸ਼ਾ ਖੁਸ਼ੀ ਦੇ ਖੇੜੇ ਦੇ ਵਿੱਚ ਰਹਿੰਦਾ ਹੈ। ਲਓ ਹਾਜੀ, ਪੜੋ ਪਿਆਰ। ਲੱਖ ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ ਚੱਲ ਕੇ ਸੰਗਤ ਵਿੱਚ ਆ ਜਾ। ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ ਚੱਲ ਕੇ ਸੰਗਤ ਵਿੱਚ ਆ ਜਾ। ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ ਚੱਲ ਕੇ ਸੰਗਤ ਵਿੱਚ ਆ ਜਾ। ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ ਚੱਲ ਕੇ ਸੰਗਤ ਵਿੱਚ ਆ ਜਾ। ਖੁਸ਼ੀਆਂ ਮਿਲਦੀਆਂ ਨੇ ਮਨਾਂ
ਚੱਲ ਕੇ ਸੰਗਤ ਵਿੱਚ ਆ ਜਾ, ਚੱਲ ਕੇ ਸੰਗਤ ਵਿੱਚ ਆ ਜਾ ਮਨਾ ਤੂੰ, ਚੱਲ ਕੇ ਸੰਗਤ ਵਿੱਚ ਆ ਜਾ, ਚੱਲ ਕੇ ਸੰਗਤ ਵਿੱਚ ਆ ਜਾ ਮਨਾ ਤੂੰ, ਚੱਲ ਕੇ ਸੰਗਤ ਵਿੱਚ ਆ ਜਾ, ਚੱਲ ਕੇ ਸੰਗਤ ਵਿੱਚ ਆ ਜਾ ਮਨਾ ਤੂੰ, ਚੱਲ ਕੇ ਸੰਗਤ ਵਿੱਚ ਆ ਜਾ, ਚੱਲ ਕੇ ਸੰਗਤ ਵਿੱਚ ਆ ਜਾ। ਲੱਖ ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ, ਚੱਲ ਕੇ ਸੰਗਤ ਵਿੱਚ ਆ ਜਾ, ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ, ਚੱਲ ਕੇ ਸੰਗਤ ਵਿੱਚ ਆ ਜਾ। ਲੱਖ ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ, ਚੱਲ ਕੇ ਵਿੱਚ ਆ ਜਾ, ਲੱਖ ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ, ਚੱਲ ਕੇ ਸੰਗਤ ਵਿੱਚ ਆ ਜਾ, ਖੁਸ਼ੀਆਂ ਮਿਲਦੀਆਂ ਨੇ, ਲੱਖ ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ, ਚੱਲ ਕੇ ਸੰਗਤ ਵਿੱਚ ਆ ਜਾ। ਮਿਲਦੀਆਂ ਨੇ ਮਨਾਂ ਤੋਂ, ਚੱਲ ਕੇ ਸੰਗਤ ਵਿੱਚ ਆ ਜਾ, ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ, ਚੱਲ ਕੇ ਸੰਗਤ ਵਿੱਚ ਆ ਜਾ। ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ, ਚੱਲ ਕੇ ਸੰਗਤ ਵਿੱਚ ਆ ਜਾ, ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ, ਚੱਲ ਕੇ ਸੰਗਤ ਵਿੱਚ ਆ ਜਾ, ਲੱਖ ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ, ਖੁਸ਼ੀਆਂ ਮਿਲਦੀਆਂ ਨੇ ਮਨਾਂ ਤੋਂ, ਚੱਲ ਕੇ ਸੰਗਤ ਵਿੱਚ ਆ ਜਾ। ਮਾਰੇ ਕਹਿੰਦੇ ਲੱਖਾਂ ਖੁਸ਼ੀਆਂ ਮਿਲਦੀਆਂ ਨੇ, ਕਿਤੇ ਸੰਗਤ ਦੇ ਵਿੱਚ ਆ ਕੇ ਜੁੜੀਏ। ਤੇ ਗੁਰਮੁਖ ਪਿਆਰਿਓ, ਕਈ ਵਾਰੀ ਕਹੀਦਾ ਵੀ ਭਾਈ ਦੀਵਾਨ ਦੇ ਵਿੱਚ ਹਾਜ਼ਰੀ ਭਰਿਆ ਕਰੋ, ਸੰਗਤ ਕਰਿਆ ਕਰੋ। ਕਹਿਣਗੇ ਬਾਬਾ ਜੀ ਮਜਬੂਰੀਆਂ ਬੜੀਆਂ ਨੇ, ਆਇਆ ਨਹੀਂ ਜਾਂਦਾ। ਗੁਰਮੁਖ ਪਿਆਰਿਓ, ਇਹ ਜਿਹੜੀਆਂ ਸਾਡੀਆਂ ਮਜਬੂਰੀਆਂ ਨੇ ਗੁਰੂ ਤੋਂ ਦੂਰੀਆਂ ਬਣਾ ਦਿੰਦੀਆਂ। ਅਸੀਂ ਸੰਗਤ ਦੇ ਵਿੱਚ ਆਉਣਾ ਮਜਬੂਰੀ ਸਮਝੀਏ। ਗੁਰਮੁਖ ਪਿਆਰਿਓ, ਜੇ ਸਾਡਾ ਨੇਮ ਹੋਵੇਗਾ ਨਾ, ਫਿਰ ਹੀ ਗੁਰੂ ਦੇ ਨਾਲ ਸਾਡਾ ਪ੍ਰੇਮ ਬਣਨਾ ਹੈ। ਨੇਮ ਹੋਣਾ ਬੜਾ ਜ਼ਰੂਰੀ ਹੈ। ਨਿਤਨੇਮ ਕਰੋ, ਤੇ ਉਹ ਵੀ ਰੂਹਾਂ ਨੇ ਜਿਹੜੀਆਂ ਨਿਤਨੇਮ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੀਆਂ। ਤੇ ਗੁਰਮੁਖ ਪਿਆਰਿਓ, ਇਹੋ ਜਿਹੇ ਗੁਰਸਿੱਖ ਵੀ ਵੇਖੇ ਨੇ ਜਿਹੜੇ ਉਹਨਾਂ ਚਿਰ ਮੂੰਹ ਦੇ ਵਿੱਚ ਕੁਝ ਜਲ ਪਾਣੀ ਨਹੀਂ ਪਾਉਂਦੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰਦੇ। ਇਹੋ ਜਿਹੇ ਗੁਰਸਿੱਖ ਰੱਬ ਰੰਗੀਆਂ ਰੂਹਾਂ। ਤੇ ਇਸ ਕਰਕੇ ਭਾਈ ਇੱਕ ਨੇਮ ਬਣਾਈਏ ਵੀ ਗੁਰੂ ਦੀ ਸੰਗਤ ਦੇ ਵਿੱਚ ਆਈਏ, ਸਤ ਸੰਗ ਕਰੀਏ। ਤੇ ਜਿਹੜੇ ਸਤਸੰਗ ਕਰਦੇ ਨੇ ਨਾ, ਬੜਾ ਕੁਝ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਲੋਕ ਪਰਲੋਕ ਦੇ ਸੁੱਖ ਤੇ ਗੁਰਮੁਖ ਪਿਆਰਿਓ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ। ਇਤਿਹਾਸ ਪੜ੍ਹ ਕੇ ਵੇਖੀਏ ਤੇ ਗੁਰਮੁਖ ਪਿਆਰਿਓ, ਗੁਰੂ ਸਾਹਿਬ ਜੀ ਨੇ ਸੰਗਤ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਦੱਸਦੀ ਆ ਕਿ ਰੱਬ ਦੋ ਜਗ੍ਹਾ ਤੇ ਰਹਿੰਦਾ। ਇੱਕ ਤਾਂ ਮਹਾਰਾਜ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਕਹਿੰਦੇ ਸੰਗਤ ਦੇ ਵਿੱਚ ਰੱਬ ਵਸਦਾ। ਦੂਜਾ ਤੁਸੀਂ ਰੋਜ਼ ਪੜ੍ਹਦੇ ਹੋ, ਸੁਖਮਨੀ ਸਾਹਿਬ ਦੇ ਪਾਠ ਕਰਦੇ ਹੋ, ਮਹਾਰਾਜ ਕਹਿੰਦੇ ਪ੍ਰਭ ਜੀ ਬਸੇ ਸਾਧ ਕੀ ਰਸਨਾ। ਇੱਕ ਭਾਈ ਸਾਧੂ ਦੀ ਰਸਨਾ ਤੇ, ਪਰ ਸਾਧੂ ਹੋਵੇ ਜਿਹਨੇ ਮਨ ਨੂੰ ਸਾਧਿਆ ਹੋਵੇ, ਆਪਣੇ ਆਪ ਨੂੰ ਸਾਧਿਆ ਹੋਵੇ, ਉਹ ਸਾਧੂ। ਭੇਖੀ ਸਾਧੂ ਦੀ ਗੱਲ ਨਹੀਂ ਕਰਦੇ। ਤੇ ਗੁਰਮੁਖ ਪਿਆਰਿਓ, ਅੱਜ ਭੇਖ ਬੜਾ ਚੱਲ ਪਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੋਈ ਰੱਬ ਚੰਗੀ ਰੂਹ ਹੋਵੇ ਤੇ
ਤੇ ਗੁਰਮੁਖ ਪਿਆਰਿਓ ਉਹਦੀ ਰਸਨਾ ਤੇ ਫਿਰ ਰੱਬ ਵਸਦਾ। ਪ੍ਰਭ ਕੀ ਬਸੇ ਸਾਧ ਕੀ ਰਸੀ। ਸੋ ਸੰਗਤ ਕਰਨੀ ਬੜੀ ਜ਼ਰੂਰੀ ਹੈ। ਸਤ ਸੰਗਤ ਦੇ ਵਿੱਚੋਂ ਆ ਕੇ ਰੱਬ ਦੇ ਦਰਸ਼ਨ ਹੁੰਦੇ। ਭਾਈ ਗੁਰਦਾਸ ਜੀ ਨੇ ਇੱਕ ਉਦਾਹਰਨ ਦੇ ਕੇ ਸਾਨੂੰ ਬੜਾ ਸੋਹਣਾ ਸਮਝਾਇਆ। ਆਓ ਉਹਨਾਂ ਪੰਕਤੀਆਂ ਨੂੰ ਬਾਬਾ ਜੀ ਪੜ੍ਹਨਗੇ ਤੇ ਆਪਾਂ ਉਹਨਾਂ ਦੀ ਵਿਚਾਰ ਤੇ ਨਾਲ ਨਾਲ ਉਹਦੇ ਵਿੱਚੋਂ ਸਿੱਖਿਆ ਲੈਂਦੇ ਜਾਵਾਂਗੇ ਜੀ। ਸੁਖ ਰਾਜੇ ਹਰੀ ਚੰਦ ਘਰ ਨਾਰ ਸੋਤਾਰਾ ਲੋਚਨ ਰਾਣੀ। ਰਾਜੇ ਹਰੀ ਚੰਦ ਦਾ ਪ੍ਰਮਾਣ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ 10ਵੀਂ ਵਾਰ ਦੀ 6ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸਮਝਾਇਆ। ਕਹਿੰਦੇ ਜਿਹੜਾ ਰਾਜਾ ਹਰੀ ਚੰਦ ਸੀ ਨਾ, ਉਹਦੇ ਘਰ ਦੇ ਵਿੱਚ ਬੜੇ ਸੁੱਖ ਸਨ। ਸੁੱਖ ਰਾਜੇ ਹਰੀ ਚੰਦ ਘਰ ਬੜੇ ਸੁੱਖ ਸਨ। ਪਰ ਗੁਰਮੁਖ ਪਿਆਰਿਓ ਪ੍ਰਮਾਤਮਾ ਦੇ ਵੱਲੋਂ ਨਾਸਤਕ ਸੀ, ਰੱਬ ਨੂੰ ਨਹੀਂ ਮੰਨਦਾ ਸੀ। ਉਹ ਕਹਿੰਦਾ ਜੀ ਰੱਬ ਕਿਹਨੇ ਦੇਖਿਆ? ਤੇ ਗੁਰਮੁਖ ਪਿਆਰਿਓ ਰੱਬ ਹੈ, ਪਰ ਸਾਡੀਆਂ ਆ ਅੱਖਾਂ ਵੇਖਣ ਵਾਲੀਆਂ ਨਹੀਂ, ਇਹਨਾਂ ਅੱਖਾਂ ਦੇ ਨਾਲ ਹੀ ਹੁੰਦਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ। ਨਾਨਕ ਸੇ ਅੱਖੜੀਆਂ ਬਿਆਨ, ਕਹਿੰਦੇ ਉਹ ਅੱਖਾਂ ਹੋਰ ਨੇ ਜਿਨੀ ਦਿਸੰਦੋ ਮਾਂ ਪਿਰੀ, ਜਿਨ੍ਹਾਂ ਦੇ ਨਾਲ ਉਹ ਮਾਂ ਪਿਰੀ ਮਾਲਕ ਪਰਮੇਸ਼ਰ ਵੇਖਿਆ ਜਾਂਦਾ। ਉਹ ਰੱਬ ਦੇ ਪਿਆਰੇ ਹੁੰਦੇ ਨੇ ਜਿਨ੍ਹਾਂ ਨੂੰ ਗੁਰਮੁਖ ਪਿਆਰੋ ਦਿਸਦਾ ਹੈ। ਉਹ ਫਿਰ ਹਰ ਇੱਕ ਘਟ ਮੈਂ ਹਰ ਜੂ ਵਸਾ ਹੈ, ਸਾਰਿਆਂ ਦੇ ਵਿੱਚ ਰੱਬ ਨੂੰ ਵੇਖਦੇ। ਸਦਾ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਕੀਤੀ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਤ ਅਨੰਤਾ ਔਰ ਤਜੋ ਸਭ ਆਸਾ। ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਹੈ, ਪਰ ਅਸੀਂ ਸਾਰਿਆਂ ਦੇ ਵਿੱਚੋਂ ਨਹੀਂ ਵੇਖਦੇ। ਇੰਨਾ ਸਾਨੂੰ ਪਤਾ ਵੀ ਹੈ, ਪਰ ਗੁਰਮੁਖ ਪਿਆਰੇ ਵੇਖਦੇ ਨਹੀਂ। ਉਹ ਵੇਖਣ ਵਾਲੀਆਂ ਅੱਖਾਂ ਹੋਰ। ਹੁਣ ਜਿਹੜਾ ਰਾਜਾ ਹਰੀ ਚੰਦ ਦਾ ਘਰ ਦੇ ਵਿੱਚ ਸੁੱਖ ਹੈ, ਤੇ ਪਰ ਗੁਰਮੁਖ ਪਿਆਰੇ ਰੱਬ ਨੂੰ ਨਹੀਂ ਮੰਨਦਾ, ਨਾਸਤਕ ਹੈ। ਤੇ ਇਹਦੀ ਸਾਦੀ ਹੋਈ ਆ ਤਾਰਾ ਰਾਣੀ। ਤਾਰਾ ਨਾਮ ਆ ਰਾਣੀ ਦਾ, ਉਸ ਦੇ ਨਾਲ ਇਹਦੀ ਸਾਦੀ ਹੋਈ। ਸੁਖ ਰਾਜੇ ਹਰੀ ਚੰਦ ਘਰ ਨਾਰ ਸਤਾਰਾ ਲੋਚਨ ਰਾਣੀ। ਬੜੀ ਸੁਨੱਖੀ ਸੋਹਣੀ ਤੇ ਗੁਰਮੁਖ ਪਿਆਰੇ ਤਾਰਾ ਰਾਣੀ। ਉਹਦੇ ਨਾਲ ਇਹ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਉਹਦੇ ਨਾਲ ਇਹਦੀ ਸਾਦੀ ਹੋ ਗਈ ਹੈ। ਪਰ ਗੁਰਮੁਖ ਪਿਆਰੇ ਜਿਹੜੀ ਤਾਰਾ ਰਾਣੀ ਆ ਉਹ ਆਸਤਕ ਹੈ, ਸਰਦਾ ਭਾਵਨਾ ਵਾਲੀ ਹੈ। ਇਹ ਕਿਸੇ ਬਿਰਲੇ ਦੇ ਚੰਗੇ ਕਰਮ ਹੁੰਦੇ ਨੇ। ਕੋਈ ਭਰਾ ਨਾਸਤਕ ਹੋਵੇ, ਉਹਦੀ ਘਰ ਵਾਲੀ ਆਸਤਕ ਹੋਵੇ, ਰੱਬ ਨੂੰ ਮੰਨਣ ਵਾਲੀ ਹੋਵੇ, ਕੋਈ ਮਿਲ ਜਾਵੇ ਇਸ ਤਰ੍ਹਾਂ। ਕਈ ਬੀਬੀਆਂ ਨਾਸਤਕ ਹੁੰਦੀਆਂ ਨੇ, ਵੀਰ ਭਰਾ ਰੱਬ ਨੂੰ ਮੰਨਣ ਵਾਲੇ ਹੁੰਦੇ। ਆਪਾਂ ਪਿਛਲੇ ਦਿਨਾਂ ਦੇ ਵਿੱਚ ਬੀਬੀ ਸੰਤੀ ਦਾ ਦੀਵਾਨ ਭਾਈ ਪੱਲੇ ਦੀ ਸਾਖੀ ਦੀਵਾਨ ਦੇ ਵਿੱਚ ਆਪਾਂ ਸਰਵਣ ਕੀਤੀ ਸੀ। ਉਹਨੇ ਦੇਖੋ ਬੀਬੀ ਸੰਤੀ ਨੇ ਕਿਵੇਂ ਆਪਣੇ ਪਤੀ ਨੂੰ ਬਦਲਿਆ, ਗੁਰੂ ਦੀ ਹਜ਼ੂਰੀ ਵਿੱਚ ਲਿਜਾ। ਇਹ ਵੀ ਕੋਈ ਚੰਗਾ ਹੀ ਕਰਮ ਹੁੰਦਾ ਹੈ ਜਦੋਂ ਕਿ ਰੱਬ ਦੇ ਪਿਆਰੇ ਦੇ ਨਾਲ ਮੇਲ ਹੁੰਦਾ ਹੈ। ਤੇ ਉਹ ਰੱਬ ਦੇ ਪਿਆਰੇ ਦੇ ਨਾਲ ਮਿਲ ਕੇ ਗੁਰਮੁਖ ਪਿਆਰਿਓ ਭਲਾ ਹੋਵੇ। ਉਹ ਕਰਮਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਧੀਆਂ ਪੁੱਤਰ ਵੀ ਗੁਰੂ ਦੇ ਨਾਲ ਜੁੜ ਜਾਂਦੇ ਨੇ। ਤੇ ਗੁਰਮੁਖ ਪਿਆਰੇ ਆਪ ਗੁਰਸਿੱਖ ਹੋਵੇ, ਘਰ ਵਾਲੀ ਗੁਰੂ ਦੀ ਸਿੱਖਣੀ ਹੋਵੇ, ਤੇ ਗੁਰਮੁਖ ਪਿਆਰੇ ਬੱਚੇ ਗੁਰੂ ਦੇ ਸਿੱਖ ਹੋਣ, ਗੁਰਸਿੱਖ ਹੋਣ, ਪਰਿਵਾਰ ਗੁਰਸਿੱਖ ਹੋਵੇ, ਤੇ ਉਹ ਘਰ ਸਵਰਗ ਬਣ ਜਾਂਦਾ ਹੈ। ਜਿੱਥੇ ਸਾਰੇ ਬੈਠ ਕੇ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਨਿਤ ਨੇਮ ਕਰਦੇ ਨੇ, ਤੇ ਗੁਰਮੁਖ ਪਿਆਰੋ ਨੇਮ ਨਿਭਾਉਂਦੇ ਨੇ, ਤੇ ਉੱਥੇ ਪ੍ਰੇਮ ਪੈਦਾ ਹੁੰਦਾ, ਤੇ ਫਿਰ ਉੱਥੇ ਰੱਬ ਵੀ ਪ੍ਰਗਟ ਹੋ ਜਾਂਦਾ ਹੈ।
ਹੁਣ ਰਾਜਾ ਹਰੀਚੰਦ ਆਪ ਨਾਸਤਿਕ ਹੈ, ਰੱਬ ਨੂੰ ਮੰਨਣ ਵਾਲਾ ਨਹੀਂ, ਪਰ ਉਹਦੀ ਘਰ ਵਾਲੀ ਜਿਹੜੀ ਇਸਤਰੀ ਹੈ ਤੇ ਗੁਰਮੁਖ ਪਿਆਰਿਓ ਤਾਰਾ ਰਾਣੀ ਉਹ ਸਰਦਾ ਭਾਵਨਾ ਵਾਲੀ ਆ, ਸਤਸੰਗ ਕਰਦੀ ਹੈ। ਪਿੱਛੇ ਪਰਿਵਾਰ ਸਤਸੰਗ ਕਰਨ ਵਾਲਾ ਸੀ, ਰੱਬ ਨਾਲ ਜੁੜੇ ਹੋਏ ਸਨ ਤੇ ਉਹ ਵੀ ਸਤਸੰਗ ਕਰਦੀ ਆ ਤੇ ਰਾਜੇ ਹਰੀਚੰਦ ਦੇ ਨਾਲ ਵਿਆਹੀ ਗਈ ਤੇ ਗੁਰਮੁਖ ਪਿਆਰਿਓ ਰਾਜੇ ਨੂੰ ਕਹਿੰਦੀ ਵੀ ਆਪਾਂ ਸਤਸੰਗ ਕਰਿਆ ਕਰੀਏ, ਰੱਬ ਦਾ ਭਜਨ ਸਿਮਰਨ ਕਰਿਆ ਕਰੀਏ। ਕਹਿੰਦਾ ਕਿਹੜਾ ਭਜਨ ਸਿਮਰਨ, ਕਿਹੜੇ ਰੱਬ ਦੀਆਂ ਗੱਲਾਂ ਤੂੰ ਕਰਦੀ ਹੈ? ਕੋਈ ਭਜਨ ਸਿਮਰਨ ਨਹੀਂ ਕਰਨਾ, ਕੋਈ ਰੱਬ ਨਹੀਂ ਹੁੰਦਾ। ਤੇ ਇਸ ਤਰ੍ਹਾਂ ਦੇ ਬਚਨ ਕਰਦਾ ਤੇ ਗੁਰਮੁਖ ਪਿਆਰਿਓ ਫਿਰ ਵੀ ਰੱਬ ਰੱਬ ਕਰੀ ਜਾਂਦੇ। ਤਾਰਾ ਰਾਣੀ ਕਹਿੰਦੇ ਜਿੱਥੇ ਇਹਨਾਂ ਦੇ ਮਹਿਲ ਸੀ ਨਾ, ਉਸ ਨਗਰੀ ਦੇ ਵਿੱਚ ਇੱਕ ਸਾਧੂ ਮਹਾਤਮਾ ਆਏ। ਸਾਧੂ ਮਹਾਤਮਾ ਆਏ ਤੇ ਸਤਸੰਗ ਹੁੰਦਾ ਧਰਮਸ਼ਾਲਾ ਦੇ ਵਿੱਚ। ਸਤਸੰਗ ਹੁੰਦਾ ਤੇ ਇਹਨਾਂ ਦੀਆਂ ਜਿਹੜੀਆਂ ਦਾਸੀਆਂ ਸਨ, ਉਹਨੇ ਤਾਰਾ ਰਾਣੀ ਨੂੰ ਦੱਸ ਦਿੱਤਾ ਕਿ ਇੱਥੇ ਸਾਧੂ ਮਹਾਤਮਾ ਆਏ ਨੇ, ਰੱਬ ਦੇ ਪਿਆਰੇ ਆਏ ਨੇ, ਭਜਨ ਬੰਦਗੀ ਸਿਮਰਨ ਕਰਦੇ ਨੇ, ਅਸੀਂ ਜਾ ਕੇ ਹਾਜ਼ਰੀ ਭਰਦੇ ਹਾਂ। ਤੇ ਉਹ ਕਹਿਣ ਲੱਗੀ ਵੀ ਮੈਂ ਵੀ ਜਾਇਆ ਕਰਾਂਗੀ। ਰਾਜੇ ਨੂੰ ਕਿਹਾ ਹਰੀਚੰਦ ਨੂੰ, ਕਹਿੰਦਾ ਨਹੀਂ ਜਾਣਾ, ਕਿਉਂਕਿ ਨਾਸਤਿਕ ਸੀ। ਗੁਰਮੁਖ ਪਿਆਰਿਓ ਕਹਿੰਦੇ ਔਰ ਇੱਕ ਬਹਾਨਾ ਬਣਾ ਕੇ ਵੀ ਜਾਣਾ ਜ਼ਰੂਰ ਆ ਸਤਸੰਗ ਦੇ ਵਿੱਚ, ਸਤਸੰਗ ਦੇ ਵਿੱਚ ਹਾਜ਼ਰੀ ਭਰਨੀ ਹੈ। ਰਾਜਾ ਜਿਹੜਾ ਸੀ ਰਾਤ ਨੂੰ ਲੇਟ ਸੌਂਦਾ ਸੀ ਤੇ ਸਵੇਰੇ ਲੇਟ ਉੱਠਦਾ ਸੀ। ਸੁਭਾਵਿਕ ਗੱਲ ਹੈ, ਜਿਹੜਾ ਰਾਤ ਨੂੰ 10, 11, 12 ਵਜੇ ਸੌਂਵੇਗਾ ਉਹ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ। ਜਿਹੜਾ ਸ਼ਾਮ ਨੂੰ ਸਹੀ ਟਾਈਮ ਤੇ ਸੌਂਵੇਗਾ ਉਹੀ ਗੁਰਮੁਖ ਪਿਆਰਿਓ ਅੰਮ੍ਰਿਤ ਵੇਲਾ ਸਾਂਭ ਸਕਦਾ, ਅੰਮ੍ਰਿਤ ਵੇਲੇ ਵੀ ਉਹੀ ਉੱਠੇਗਾ। ਹੁਣ ਰਾਜੇ ਨੇ ਰਾਤ ਨੂੰ ਲੇਟ ਸੌਣਾ ਤੇ ਸਵੇਰੇ ਲੇਟ ਉੱਠਣਾ। ਹੁਣ ਸਤਸੰਗ ਜਿਹੜਾ ਸੀ ਅੰਮ੍ਰਿਤ ਵੇਲੇ ਹੁੰਦਾ ਸੀ। ਭਾਈ ਗੁਰਦਾਸ ਜੀ 10ਵੀਂ ਵਾਰ ਦੀ 20ਵੀਂ ਪੌੜੀ ਦੇ ਵਿੱਚ ਅਗਲੀਆਂ ਪੰਕਤੀਆਂ ਦੇ ਵਿੱਚ ਭਾਈ ਗੁਰਦਾਸ ਜੀ ਸਪਸ਼ਟ ਕਰ ਰਹੇ ਹਨ, ਸਾਧ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਣੈ ਗੁਰਬਾਣੀ। ਕਹਿੰਦੇ ਰਾਤ ਨੂੰ ਸਾਧ ਸੰਗਤ ਜਦੋਂ ਹੁੰਦੀ ਹੈ ਨਾ, ਸੰਗਤ ਇਕੱਠ ਹੁੰਦਾ, ਭਜਨ ਸਿਮਰਨ ਹੁੰਦਾ, ਰੱਬ ਦੀਆਂ ਗੱਲਾਂ ਹੁੰਦੀਆਂ। ਰਾਣੀ ਦੇ ਮਨ ਦੀ ਇੱਛਾ ਬਣੀ ਮੈਂ ਸਤਸੰਗ ਕਰਨਾ ਜ਼ਰੂਰ ਜਾਣਾ। ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਗੁਰਮੁਖ ਪਿਆਰੇ, ਕੋਈ ਨਾ ਕੋਈ ਬਹਾਨਾ ਬਣਾ ਕੇ ਚਲੇ ਜਾਂਦੇ, ਉਹ ਆਪਦਾ ਨੇਮ ਨਹੀਂ ਛੱਡ ਸਕਦੇ। ਜਿਹੜੇ ਨਿਤਨੇਮੀ ਹੁੰਦੇ ਨੇ ਉਹ ਨਿਤਨੇਮ ਦੇ ਸਮੇਂ ਤੇ ਨਿਤਨੇਮ ਕਰਨਗੇ, ਕਿੱਥੇ ਵੀ ਹੋਣ, ਕਿਵੇਂ ਵੀ ਹੋਣ, ਕਿਸੇ ਹਾਲਤ ਦੇ ਵਿੱਚ ਹੋਣ, ਜਿਹੜੇ ਨੇਮ ਨਿਭਾਉਂਦੇ ਨੇ। ਤੇ ਗੁਰਮੁਖ ਪਿਆਰੋ ਹੁਣ ਰਾਣੀ ਦੀ ਇੱਛਾ ਮੈਂ ਕੀਰਤਨ ਸੁਣਨ ਜਾਣਾ। ਸਾਧੂ ਮਹਾਤਮਾ ਆਏ ਨੇ, ਸੰਗਤ ਕਰਨੀ। ਰਾਤ ਨੂੰ ਰਾਜਾ ਸੌਂ ਗਿਆ ਤੇ ਉਹ ਉੱਠਿਆ ਤੇ ਗੁਰਮੁਖ ਪਿਆਰੇ ਉੱਠ ਕੇ ਪਹਿਰੇਦਾਰਾਂ ਨੂੰ ਕਿਹਾ ਵੀ ਮੈਂ ਜਾਣਾ। ਇਤਿਹਾਸ ਦੇ ਵਿੱਚ ਵੀ ਲਿਖਿਆ ਵੀ ਉਹ ਰਾਣੀ ਨੇ ਕੁਝ ਉਹਨਾਂ ਨੂੰ ਦਿੱਤਾ, ਕੁਝ ਮਾਇਆ ਦਿੱਤੀ ਹੈ ਕਿ ਤੁਸੀਂ ਰਾਜੇ ਨੂੰ ਦੱਸੋ ਵੀ ਮੈਂ ਕਿੱਥੇ ਜਾਣੀ ਹੈ। ਥੋੜਾ ਬਹੁਤਾ ਝੂਠ ਬੋਲ ਕੇ ਉੱਥੋਂ ਤਾਰਾ ਰਾਣੀ ਨਿਕਲਣ ਲੱਗੀ। ਗੁਰਮੁਖ ਪਿਆਰਿਓ ਇੱਥੋਂ ਭਾਗ ਇਹ ਨਹੀਂ ਲੈਣਾ ਵੀ ਸਾਨੂੰ ਝੂਠ ਬੋਲਣਾ ਚਾਹੀਦਾ, ਪਰ ਜੇ ਕੋਈ ਕੰਮ ਚੰਗਾ ਹੁੰਦਾ ਹੋਵੇ, ਚੰਗੇ ਕੰਮ ਕਰਨ ਦੇ ਲਈ ਝੂਠ ਵੀ ਬੋਲ ਦਈਏ ਤਾਂ ਕੋਈ ਮਾੜਾ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਇੱਕ ਸਿੱਖ ਹੋਇਆ ਭਾਈ ਸੁਖਰਾ, ਕਸ਼ਮੀਰ ਤੋਂ ਮਹਾਰਾਜ ਨੂੰ ਮਿਲਿਆ ਸੀ ਸੁਖਰਾ। ਉਹ 10ਵੇਂ ਪਾਤਸ਼ਾਹ ਤੱਕ ਰਿਹਾ ਭਾਈ ਸੁਖਰਾ। 6ਵੇਂ ਪਾਤਸ਼ਾਹ ਨੂੰ ਛੋਟਾ ਜਿਹਾ ਮਿਲਿਆ ਸੀ, ਉਹਨੂੰ ਜੰਮਦੇ ਨਹੀਂ ਘਰ ਦੇ ਬਾਹਰ ਸੁੱਟ ਕੇ ਸਨ, ਉਹਦੇ ਮੂੰਹ ਦੇ ਵਿੱਚ ਜੰਮਦੇ ਦੇ ਦੰਦ ਸਨ। ਉਹ ਗੁਰੂ ਸਾਹਿਬ ਨੇ ਪਾਲਿਆ ਉਹਨੂੰ
ਵੱਡਾ ਕੀਤਾ। 10ਵੇਂ ਪਾਤਸ਼ਾਹ ਮਹਾਰਾਜ ਤੱਕ ਰਿਹਾ। ਉਹ ਹਾਸ ਰਸ ਦੀਆਂ ਗੱਲਾਂ ਬੜੀਆਂ ਕਰਦੇ ਸੀ, ਪਰ ਹਾਸੇ ਹਾਸੇ ਦੇ ਵਿੱਚ ਬਹੁਤ ਕੁਝ ਸਿੱਖਿਆ ਦਿੰਦੇ ਸੀ। ਤੇ ਗੁਰਮੁਖ ਪਿਆਰਿਓ, ਹੱਸਣਾ ਕੋਈ ਮਾੜਾ ਨਹੀਂ ਹੁੰਦਾ, ਪਰ ਕਿਸੇ ਨੂੰ ਹਸਾ ਕੇ ਹੱਸੋ। ਕਿਸੇ ਰੋਂਦੇ ਨੂੰ ਵੇਖ ਕੇ ਹੱਸਣਾ ਜਾਂ ਕਿਸੇ ਨੂੰ ਰਵਾ ਕੇ ਹੱਸਣਾ, ਇਹ ਤੇ ਲਾਹਨਤ ਹੈ। ਪ੍ਰਮਾਤਮਾ ਵੱਲੋਂ ਵੀ ਲਾਹਨਤਾਂ ਪੈਂਦੀਆਂ ਕਿਸੇ ਨੂੰ ਰਵਾ ਕੇ ਹੱਸਣਾ। ਇਹਦਾ ਸੁਭਾਅ ਸੀ ਹਾਸੇ ਦੇ ਵਿੱਚ ਗੱਲ ਕਰਨੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਹੈ। ਗੁਰਮੁਖ ਪਿਆਰੇ ਇੱਕ ਵਾਰੀ ਕਲਗੀਧਰ ਮਹਾਰਾਜ ਕਿਤੇ ਬਾਹਰ ਗਏ, ਕਿਸੇ ਸਿੰਘ ਦੀ ਡਿਊਟੀ ਲਾ ਗਏ। ਜਾਣ ਲੱਗੇ ਮਹਾਰਾਜ ਕਹਿ ਗਏ ਕਿਸੇ ਸਿੰਘ ਨੂੰ ਵੀ ਤੂੰ ਅੱਜ ਦੀਵਾਨ ਸਜਾਉਣਾ, ਕਥਾ ਕਰਨੀ ਹੈ। ਤੇ ਉਹ ਕਥਾ ਕਰ ਰਿਹਾ, ਸੁਥਰਾ ਆਇਆ, ਸੰਗਤ ਬੈਠੀ ਹੈ ਤੇ ਸੰਗਤ ਬੈਠੀ, ਦੀਵਾਨ ਸਜਿਆ ਤੇ ਸੁਥਰਾ ਆ ਕੇ ਸੰਗਤ ਨੂੰ ਬੁਰਾ ਭਲਾ ਕੁਝ ਬੋਲਣ ਲੱਗਾ, ਕੁਝ ਮੰਦੇ ਸ਼ਬਦ ਬੋਲਦਾ। ਬੋਲੀ ਗਿਆ ਤੇ ਬੋਲ ਕੇ ਚਲਾ ਗਿਆ। ਮਹਾਰਾਜ ਆਏ 10ਵੇਂ ਪਾਤਸ਼ਾਹ। ਜਦੋਂ 10ਵੇਂ ਪਾਤਸ਼ਾਹ ਮਹਾਰਾਜ ਆਏ ਤੇ ਸੰਗਤ ਕਹਿਣ ਲੱਗੀ ਮਹਾਰਾਜ ਸੁਥਰਾ ਆਇਆ ਸੀ, ਦੀਵਾਨ ਸਜਿਆ ਸੀ ਤੇ ਬਹੁਤ ਸਾਨੂੰ ਗਾਲਾਂ ਕੱਢ ਕੇ ਗਿਆ, ਬੁਰਾ ਭਲਾ ਬੋਲ ਕੇ ਗਿਆ। ਮਹਾਰਾਜ ਕਹਿੰਦੇ ਸੁਥਰੇ ਨੂੰ, ਕਹਿੰਦੇ ਬੁਲਾਓ, ਸਿੰਘਾਂ ਨੂੰ ਕਹਿੰਦੇ ਬੁਲਾਓ ਸੁਥਰੇ ਨੂੰ। ਸੁਥਰੇ ਨੂੰ ਬੁਲਾਇਆ। ਮਹਾਰਾਜ ਕਹਿੰਦੇ ਹਾਂ ਵੀ ਸੁਥਰਿਆ ਤੂੰ ਦੀਵਾਨ ਸਜਿਆ ਸੀ ਤੇ ਗਾਲਾਂ ਕੱਢ ਕੇ ਗਿਆ। ਕਹਿਣ ਲੱਗਾ ਮਹਾਰਾਜ ਮੈਂ ਇਹਨਾਂ ਦਾ ਗੁਰੂ ਹਾਂ, ਇਹ ਜਿਹੜੇ ਜਿੰਨੇ ਬੈਠੇ ਮੈਂ ਇਹਨਾਂ ਦਾ ਗੁਰੂ ਹਾਂ, ਮੈਂ ਕੁਝ ਵੀ ਕਹਿ ਸਕਦਾ। ਮਹਾਰਾਜ ਕਹਿੰਦੇ ਗੁਰੂ? ਸਿੱਖ ਸੰਗਤ ਕਹਿਣ ਲੱਗੀ ਮਹਾਰਾਜ ਇਹ ਸਾਡਾ ਗੁਰੂ ਕਿਵੇਂ ਬਣ ਗਿਆ? ਗੁਰੂ ਤਾਂ ਤੁਸੀਂ ਹੋ ਸਾਡੇ। ਉਹ ਕਹਿਣ ਲੱਗਾ ਮਹਾਰਾਜ ਮੈਂ ਇਹਨਾਂ ਦਾ ਗੁਰੂ ਹਾਂ। ਮਹਾਰਾਜ ਕਹਿੰਦੇ ਸੁਥਰਿਆ ਤੂੰ ਗੁਰੂ ਕਦੋਂ ਦਾ ਬਣਿਆ ਇਹਨਾਂ ਦਾ? ਕਹਿਣ ਲੱਗਾ ਮਹਾਰਾਜ ਇਹ ਤੁਹਾਨੂੰ ਗਾਲਾਂ ਕੱਢ ਕੇ ਗਿਆ। ਮਹਾਰਾਜ ਕਹਿੰਦੇ ਤੂੰ ਗਾਲਾਂ ਕੱਢ ਕੇ ਗਿਆ? ਕਹਿੰਦੇ ਮਹਾਰਾਜ ਹਾਂ ਕੱਢੀਆਂ ਗਾਲਾਂ। ਮਹਾਰਾਜ ਕਹਿੰਦੇ ਭਾਈ ਦੱਸੋ ਕੀ ਕਿਹਾ? ਸਾਰੇ ਬੋਲਣ ਲੱਗੇ। ਮਹਾਰਾਜ ਮੈਨੂੰ ਵੀ ਇਸ ਤਰ੍ਹਾਂ ਕਿਹਾ, ਮਹਾਰਾਜ ਮੈਨੂੰ ਆਹ ਬੋਲ ਕੇ ਗਿਆ, ਮੈਨੂੰ ਆਹ ਸ਼ਬਦ ਬੋਲਿਆ। ਮਹਾਰਾਜ ਭਾਈ ਸੁਥਰਾ ਕਹਿਣ ਲੱਗਿਆ ਮਹਾਰਾਜ ਦੇਖੋ ਮੇਰੀਆਂ ਗਾਲਾਂ, ਇਹਨਾਂ ਦੇ ਕੱਲੀ ਕੱਲੀ ਗਾਲ ਜੋ ਕੁਝ ਬੋਲਿਆ ਮੈਨੂੰ ਤੇ ਯਾਦ ਆ, ਪਰ ਇਹਨਾਂ ਨੂੰ ਇਹ ਪੁੱਛੋ ਵੀ ਜੋ ਕਥਾ ਹੋ ਰਹੀ ਸੀ, ਸ਼ਬਦ ਚੱਲ ਰਿਹਾ ਸੀ, ਉਹ ਕਿਸੇ ਦੇ ਯਾਦ ਹੈ? ਇਹਨਾਂ ਨੂੰ ਪੁੱਛਿਆ ਮਹਾਰਾਜ ਹਾਂ ਭਾਈ ਕਿਹੜਾ ਸ਼ਬਦ ਚੱਲ ਰਿਹਾ? ਕਹਿੰਦੇ ਮਹਾਰਾਜ ਯਾਦ ਨਹੀਂ। ਤੇ ਮਹਾਰਾਜ ਕਹਿੰਦੇ ਗੁਰੂ ਮੈਂ ਹੋਇਆ ਕਿ ਤੁਸੀਂ ਹੋਏ? ਸੋਡੀ ਬਾਣੀ ਕਥਾ ਹੋ ਰਹੀ ਹੋਵੇ ਤੇ ਇਹਨਾਂ ਦੇ ਯਾਦ ਨਹੀਂ, ਤੇ ਮੇਰੀਆਂ ਗਾਲਾਂ ਕੱਢੀਆਂ ਹੋਈਆਂ ਇਹਨਾਂ ਦੇ ਯਾਦ ਨਹੀਂ। ਦੇਖੋ ਕਿੱਡੀ ਵੱਡੀ ਸਿੱਖਿਆ ਦੇ। ਇਹ ਤੋਂ ਸਿੱਖਿਆ ਸੀ ਇਹ ਲੈਣੀ ਵੀ ਜਦੋਂ ਸੰਗਤ ਦੇ ਵਿੱਚ ਬੈਠੀਏ ਪੂਰੀ ਇਕਾਗਰਤਾ ਦੇ ਨਾਲ, ਧਿਆਨ ਦੇ ਨਾਲ ਸੁਣੀਏ। ਇਹ ਨਹੀਂ ਤੂੰ ਮੱਥਾ ਟੇਕਣਾ ਇੱਧਰ ਉੱਧਰ ਦੇਖੀ ਕਿਹੜਾ ਆ ਗਿਆ ਕੀ ਹੋ ਗਿਆ, ਪੂਰਾ ਧਿਆਨ ਲਾ ਕੇ ਸੁਣ। ਦੇਖੋ ਕਿੱਡੀ ਸਿੱਖਿਆ ਦੇ ਗਏ ਨੇ ਭਾਈ ਸੁਥਰਾ। ਮੈਂ ਗੱਲ ਝੂਠ ਬੋਲਣ ਦੀ ਕਰ ਰਿਹਾ ਸੀ, ਮੈਂ ਉਹਦੀ ਇੱਕ ਉਦਾਹਰਨ ਦੇ ਰਿਹਾ ਭਾਈ ਸੁਥਰੇ ਦੀ। ਤੇ ਗੁਰਮੁਖ ਪਿਆਰੇ ਜਿਹੜੇ ਸਿੱਖ ਸੀ ਉਹ ਵੀ ਕੁਝ ਈਰਖਾ ਕਰਨ ਲੱਗ ਗਏ ਨੇ ਸੁਥਰੇ ਦੇ ਨਾਲ, ਕਿਉਂਕਿ ਮਹਾਰਾਜ ਬੜਾ ਪਿਆਰ ਕਰਦੇ ਸੀ। ਕਈ ਵਾਰੀ ਹਾਸ ਰਸ ਦੀਆਂ ਗੱਲਾਂ ਸੁਣਨੀਆਂ, ਮਹਾਰਾਜ ਨੇ ਵੀ ਹੱਸਣਾ 10ਵੇਂ ਪਾਤਸ਼ਾਹ। ਤੇ ਸੁਥਰੇ ਨੂੰ ਜਿਹੜੇ ਸਿੱਖ ਸੀ ਉਹ ਮਹਾਰਾਜ ਕੋਲ ਨਹੀਂ ਜਾਣ ਦਿੰਦੇ ਸੀ। ਇੱਕ ਦਿਨ ਸੁਥਰੇ ਨੇ ਕੀ ਕੀਤਾ, ਇੱਕ ਕੱਪੜੇ ਦੇ ਵਿੱਚ ਰੇਤਾ ਇਕੱਠਾ ਕਰਕੇ ਉਹਦੀ ਗੱਠ ਬੰਨ੍ਹ ਕੇ ਉਹਨੂੰ ਸਿਰ ਦੇ ਉੱਪਰ ਚੁੱਕ ਕੇ ਆ ਰਿਹਾ। ਅੰਦਰ ਦਰਬਾਰ ਸਜਦਾ ਸੀ, ਸੰਗਤ ਹੁੰਦੀ ਸੀ, ਪਰ ਸੁਥਰੇ ਨੂੰ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਸੀ। ਤੇ ਸੁਥਰੇ ਦੇ ਸਿਰ ਦੇ ਉੱਪਰ ਰੇਤਾ ਚੱਕਿਆ ਤੇ ਭੱਜਿਆ ਆ ਰਿਹਾ। ਤੇ ਜਦੋਂ ਨੇੜੇ ਆਇਆ ਪਹਿਰੇਦਾਰਾਂ ਦੇ ਕਹਿਣ ਲੱਗਾ ਪਾਸੇ ਹਟ ਜਾਓ, ਪਾਸੇ ਹਟ ਜਾਓ, ਮੇਰੇ ਕੋਲੇ ਖੰਡ ਆ, ਮੈਂ ਖੰਡ ਲੈ ਕੇ ਜਾਣੀ ਹੈ। ਗੁਰੂ ਸਾਹਿਬ ਨੇ ਖੰਡ ਮੰਗਾਈ ਆ ਤੇ ਸੀ ਰੇਤਾ। ਤੇ ਉਹ ਪਹਿਰੇਦਾਰ ਨੇ ਕੁਝ ਨਹੀਂ ਕਿਹਾ, ਅੰਦਰ ਲੰਘਾਤਾ। ਦਰਬਾਰ ਦੇ ਵਿੱਚ ਗਿਆ, ਮਹਾਰਾਜ ਦਾ ਦੀਵਾਨ ਸਜਿਆ, ਮਹਾਰਾਜ ਬੈਠਣੇ ਆਸਣਾ ਤੇ 10ਵੇਂ ਪਾਤਸ਼ਾਹ। ਉਹਨੇ ਸੁਥਰੇ ਨੇ ਵਿਚਾਲੇ ਜਿੱਥੇ ਸੰਗਤ ਬੈਠੀ ਇਸ ਤਰ੍ਹਾਂ ਲਿਆ ਕੇ ਉਹ ਪੰਡ ਸੁੱਟ ਦਿੱਤਾ। ਤੇ ਪੰਡ ਸੁੱਟ ਕੇ ਤੇ ਗੁਰੂ ਸਾਹਿਬ ਦੀ ਵੱਲ ਨੂੰ ਪਿੱਠ ਕਰਕੇ ਪੰਡ ਨੂੰ ਮੱਥਾ ਟੇਕਣ ਲੱਗ ਗਏ, ਜਿਹੜੀ ਪੰਡ ਪਈ ਜਿਹਦੇ ਵਿੱਚ ਰੇਤਾ ਸੀ। ਸੰਗਤ ਫੇਰ ਮਹਾਰਾਜ ਦੇਖੋ ਜਿਹਨੂੰ ਤੁਸੀਂ ਬੜਾ ਪਿਆਰ ਕਰਦੇ ਹੋ ਸੁਥਰਾ, ਪੰਡ ਨੂੰ ਮੱਥਾ ਟੇਕੀ ਜਾਂਦਾ। ਮਹਾਰਾਜ ਕਹਿਣ ਲੱਗੇ ਸੁਥਰਿਆ ਕੀ ਕਰਦਾ? ਪੰਡ ਨੂੰ ਮੱਥਾ ਟੇਕ ਰਿਹਾ। ਕਹਿਣ ਲੱਗਾ ਮਹਾਰਾਜ ਇਹ ਪੰਡ ਮੇਰਾ ਗੁਰੂ ਹੈ। ਮਹਾਰਾਜ ਕਹਿੰਦੇ ਗੁਰੂ ਕਿਵੇਂ?
ਕਹਿੰਦੇ ਮਹਾਰਾਜ ਇਹ ਪੰਡ ਹੀ ਮੈਨੂੰ ਇੱਥੇ ਤੱਕ ਲਿਆਈ ਤੁਹਾਡੇ ਚਰਨਾਂ ਦੇ ਵਿੱਚ, ਸੰਗਤ ਦੇ ਵਿੱਚ। ਜੇ ਪੰਡ ਨਾ ਹੁੰਦੀ ਮੈਨੂੰ ਤਾਂ ਬਾਹਰ ਹੀ ਰੱਖਣਾ ਸੀ ਇਹਨਾਂ ਨੇ। ਮਹਾਰਾਜ ਮੈਂ ਝੂਠ ਬੋਲ ਕੇ, ਇਹ ਹੈ ਰੇਤਾ ਇਹਦੇ ਵਿੱਚ, ਪਰ ਮੈਂ ਖੰਡ ਕਹਿ ਕੇ ਅੰਦਰ ਆ ਗਿਆ। ਮਹਾਰਾਜ ਕਹਿਣ ਲੱਗੇ ਸੁਥਰਾ ਤੇਰਾ ਝੂਠ ਬੋਲਿਆ ਵੀ ਪ੍ਰਭਾਵ, ਤੂੰ ਝੂਠ ਬੋਲ ਕੇ ਸੰਗਤ ਦੇ ਵਿੱਚ ਆ ਗਿਆ। ਤੇ ਗੁਰਮੁਖ ਪਿਆਰਿਓ, ਮਹਾਰਾਜ ਕਹਿੰਦੇ ਕਿ ਤੇਰਾ ਰੇਤਾ ਵੀ ਖੰਡ ਦੇ ਬਰਾਬਰ ਆ। ਕਲਗੀਧਰ ਪਾਤਸ਼ਾਹ ਗੁਰਮੁਖ ਪਿਆਰਿਓ, ਇਹ ਜਿਹੜੀਆਂ ਸਾਖੀਆਂ ਨੇ ਇਹਨਾਂ ਤੋਂ ਸਿੱਖਿਆ ਲੈ ਵੀ ਝੂਠ ਬੋਲ ਕੇ ਵੀ ਸਤਿਗੁਰੂ ਚੰਗਾ ਕਰਮ ਹੁੰਦਾ ਨਾ, ਕਰ ਲਵੋ, ਪਰ ਕਈ ਵਾਰੀ ਸੱਚ ਬੋਲ ਕੇ ਵੀ ਅਸੀਂ ਬੜਾ ਗਲਤ ਕਲੰਕ ਲਵਾ ਲੈਂਦੇ ਹਾਂ। ਉਹ ਕਿਹੜਾ ਸੀ ਆਪਣਾ ਗੰਗੂ ਨੇ ਬੋਲਿਆ ਤਾਂ ਸੱਚ ਹੀ ਸੀ ਨਾ, ਜਾ ਕੇ ਵੀ ਸਾਹਿਬਜ਼ਾਦੇ ਮੇਰੇ ਘਰੇ, ਮਾਤਾ ਗੁਜਰ ਕੌਰ ਮੇਰੇ ਘਰੇ, ਪਰ ਉਹਦਾ ਸੱਚ ਬੋਲਿਆ ਵੀ ਗੁਰਮੁਖ ਪਿਆਰੇ ਪਰਿਵਾਰ ਨੇ ਕਿ ਕਲੰਕ ਲਵਾ ਕੇ ਬਹਿ ਗਿਆ। ਕਿਵੇਂ ਆਪਾਂ ਨੂੰ ਯਾਦ ਕਰਦੇ ਹਾਂ ਗੰਗੂ ਨੂੰ। ਤੇ ਇਸ ਕਰਕੇ ਪਿਆਰਿਓ, ਹੁਣ ਉਹ ਤਾਰਾ ਰਾਣੀ ਜਿਹੜੀ ਹੈ ਉਹ ਝੂਠ ਬੋਲ ਕੇ ਪਹਿਰੇਦਾਰਾਂ ਦੇ ਕੋਲੋਂ ਜਾ ਰਹੀ ਹੈ ਸੰਗਤ ਦੇ ਵਿੱਚ ਕੀਰਤਨ ਸੁਣਨ ਵਾਸਤੇ। ਤੇ ਉੱਥੋਂ ਜਦੋਂ ਸੰਗਤ ਕੀਰਤਨ ਸੁਣਨ ਵਾਸਤੇ ਜਾਂਦੀ ਹੈ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ। ਤੇ ਕਹਿੰਦੇ ਰਾਤ ਨੂੰ ਜਾ ਕੇ ਕੀਰਤਨ ਸੁਣਦੀ ਹੈ ਤੇ ਵਾਪਸ ਆ ਕੇ ਤੇ ਸਮੇਂ ਦੇ ਨਾਲ ਆਪਣੇ ਮਹਿਲਾਂ ਦੇ ਵਿੱਚ ਪਹੁੰਚ ਜਾਂਦੀ ਹੈ। ਹੁਣ ਭਾਈ ਗੁਰਦਾਸ ਜੀ ਅਗਲੀ ਪੰਕਤੀ ਵਿੱਚ ਦੱਸਦੇ ਹਨ, ਪਿਛੈ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ। ਕਹਿੰਦੇ ਇੱਕ ਦਿਨ ਰਾਜੇ ਨੂੰ ਜਾਗ ਆ ਗਈ ਅੱਧੀ ਰਾਤ, ਤੇ ਜਦੋਂ ਰਾਜੇ ਨੂੰ ਜਾਗ ਆਈ ਤੇ ਅੱਧੀ ਰਾਤ ਹੋਈ ਆ ਤੇ ਕੀ ਵੇਖਦਾ ਹੈ, ਰਾਣੀ ਦਿਸ ਨ ਆਵਈ ਮਨ ਵਿੱਚ ਵਰਤ ਗਈ ਹੈ ਰਾਣੀ। ਜਦੋਂ ਮਹਿਲਾਂ ਦੇ ਵਿੱਚ ਪਲੰਗ ਤੇ ਰਾਣੀ ਨਾ ਦਿਸੀ ਤੇ ਦੇਖ ਕੇ ਗੁਰਮੁਖ ਪਿਆਰਿਓ ਮਨ ਦੇ ਵਿੱਚ ਹੈਰਾਨ ਹੋ ਗਿਆ ਹੈ। ਰਾਜਾ ਉੱਠਿਆ ਹਰੀ ਚੰਦ, ਮਹਿਲਾਂ ਦੇ ਵਿੱਚ ਵੇਖਦਾ, ਆਵਾਜ਼ਾਂ ਦਿੰਦਾ, ਰਾਣੀ ਕਿੱਥੇ ਆ? ਜੇ ਰਾਣੀ ਹੋਵੇ ਤਾਂ ਬੋਲੇ, ਰਾਣੀ ਤਾਂ ਕਥਾ ਸੁਣ ਗਈ ਹੈ। ਆਵਾਜ਼ਾਂ ਦਿੰਦਾ ਫਿਰਦਾ, ਪਹਿਰੇਦਾਰ ਨੂੰ ਪੁੱਛਿਆ ਵੀ ਰਾਣੀ ਕਿੱਥੇ ਆ? ਉਹ ਪਹਿਲਾਂ ਤਾਂ ਥੋੜਾ ਜਿਹਾ ਜਾਗ ਕੇ ਫਿਰ ਉਹਨਾਂ ਨੂੰ ਦੱਸ ਦਿੱਤਾ। ਕਹਿੰਦੇ ਜੀ ਉਹ ਤਾਂ ਇੱਥੋਂ ਰੋਜ਼ਾਨਾ ਹੀ ਜਾਂਦੀ ਹੈ। ਤੇ ਉਸ ਦਿਨ ਤਾਂ ਫਿਰ ਰਾਜਾ ਪੈ ਗਿਆ। ਉਹ ਕਹਿਣ ਲੱਗਾ ਵੀ ਕੋਈ ਗੱਲ ਨਹੀਂ, ਕੱਲ ਨੂੰ ਵੀ ਜਾਵੇਗੀ, ਫਿਰ ਵੇਖਾਂਗੇ। ਤੇ ਅੱਗੇ ਭਾਈ ਗੁਰਦਾਸ ਜੀ ਦੱਸਦੇ ਹਨ, ਹੋਰ ਰਾਤ ਨਾ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ। ਕਹਿੰਦੇ ਫਿਰ ਜਦੋਂ ਦੂਜੀ ਰਾਤ ਆਈ, ਰਾਣੀ ਨੇ ਫੇਰ ਜਾਣਾ ਸੀ ਕੀਰਤਨ ਸੁਣਨ ਦੀਵਾਨ ਦੇ ਵਿੱਚ। ਤੇ ਰਾਣੀ ਉੱਠ ਕੇ ਜਦੋਂ, ਹੁਣ ਰਾਜਾ ਸੁੱਤਾ ਨਹੀਂ, ਉਹੀ ਅੱਖਾਂ ਬੰਦ ਕਰਕੇ ਪੈ ਗਿਆ। ਤੇ ਗੁਰਮੁਖ ਪਿਆਰਿਓ ਘਰਾੜੇ ਦੇ ਮਾਰਨ ਲੱਗ ਗਿਆ। ਉਹ ਜਦੋਂ ਰਾਣੀ ਉੱਠ ਕੇ ਚਲੀ ਗਈ, ਸਤਸੰਗ ਦੇ ਵਿੱਚ ਜਾਣ ਲੱਗੀ, ਤੇ ਉਸ ਸਮੇਂ ਰਾਣੀ ਜਦੋਂ ਜਾਣ ਲੱਗੀ ਤੇ ਇਹ ਵੀ ਉੱਠ ਕੇ ਪਿੱਛੇ ਤੁਰ ਪਿਆ। ਰਾਜਾ ਹਰੀ ਰਾਣੀ ਦੇ ਪਿੱਛੇ ਪਿੱਛੇ ਲੁਕਦਾ ਜਾਂਦਾ, ਕਿੱਥੇ ਜਾਂਦੀ ਹੈ? ਲੁਕਦਾ ਚਲਿਆ ਗਿਆ। ਤੇ ਗੁਰਮੁਖ ਪਿਆਰਿਓ ਵੇਖਦਾ ਜਾਂਦਾ ਵੀ ਚੰਚਲ ਹੈ, ਪਿੱਛੇ ਚੱਲਿਆ ਤਰਲ ਜਵਾਨੀ, ਵੀ ਜਵਾਨ ਤੇ ਚੰਚਲ ਰਾਣੀ ਕਿੱਥੇ ਜਾਂਦੀ ਆ? ਤੇ ਪਿੱਛਾ ਕਰਦਾ ਜਾ ਰਿਹਾ। ਭਾਈ ਗੁਰਦਾਸ ਜੀ ਦੱਸ ਰਹੇ ਹਨ, ਰਾਣੀ ਪਹੁੰਚੀ ਸੰਗ ਤੇ ਰਾਜੇ ਖੜੀ ਖੜਾਉ ਨਿਸ਼ਾਨੀ। ਕਹਿੰਦੇ ਰਾਣੀ ਜਾ ਕੇ ਸਤਸੰਗ ਦੇ ਵਿੱਚ ਬੈਠ ਗਈ। ਰਾਣੀ ਲੱਗੀ ਕੀਰਤਨ ਸੁਣਨ। ਕਹਿੰਦੇ ਰਾਣੀ ਦੇ ਖੜਾਵਾਂ ਪਾਈਆਂ ਸਨ ਜਿਹੜੀਆਂ, ਉਹ ਬੜੀਆਂ ਕੀਮਤੀ ਖੜਾਵਾਂ ਸਨ। ਇਹ ਦੱਸਦੇ ਨੇ ਵਿਦਵਾਨ ਕਿ ਖੜਾਵਾਂ ਜਿਹੜੀਆਂ ਸੀ ਉਹ ਬੜੀ ਦੂਰੋਂ ਤੇ ਬੜੀ ਕੀਮਤ ਤੇ ਹੀਰੇ ਜੜੇ ਹੋਏ ਸਨ ਉਹਨਾਂ ਖੜਾਵਾਂ ਦੇ ਵਿੱਚ। ਰਾਜੇ ਹਰੀਚੰਦ ਦੀ ਰਾਣੀ ਦੀਆਂ ਖੜਾਵਾਂ ਦੇ ਵਿੱਚ। ਤੇ ਉਹ ਖੜਾਵਾਂ ਪਾ ਕੇ ਜਦੋਂ ਰਾਣੀ ਗਈ ਤੇ ਇਹ ਪਿੱਛੇ ਚਲਿਆ ਗਿਆ। ਜਾ ਕੇ ਜਦੋਂ ਰਾਣੀ ਸੰਗਤ ਦੇ ਵਿੱਚ ਬੈਠ ਕੇ ਕੀਰਤਨ ਸੁਣਨ ਵਾਸਤੇ, ਤੇ ਇਹਨੇ ਇੱਕ ਖੜਾਮ ਉੱਥੋਂ ਚੁੱਕ ਲਈ ਰਾਣੀ। ਇੱਕ ਖੜਾਮ ਉੱਥੇ ਛੱਡਿਆ ਤੇ ਖੜਾਮ ਲਿਆ ਕੇ ਚੁੱਕ ਕੇ ਆਪਣੇ ਮਹਿਲਾਂ ਦੇ ਵਿੱਚ ਆ ਗਈ। ਤੇ ਲਿਆ ਕੇ ਉਹ ਖੜਾਮ ਜਿਹੜੀ ਸੀ ਉਹ ਲੁਕੋ ਦਿੱਤੀ ਹੈ ਕਿ ਹੁਣ ਰਾਣੀ ਆਊਗੀ, ਉਹਨੂੰ ਪੁੱਛੂਗਾ ਵੀ ਤੂੰ ਕਿੱਥੇ ਗਈ ਸੀ। ਕਿ ਜਦੋਂ ਖੜਾਮ ਕੋਈ ਇੱਕ ਖੜਾਮ ਪਾ ਕੇ ਆਵੇਗੀ
ਤੇ ਮੈਂ ਪੁੱਛੂੰਗਾ ਵੀ ਤੂੰ ਕਿੱਥੇ ਗਈ ਸੀ, ਤੇ ਫਿਰ ਮੈਂ ਉਹਨੂੰ ਸਾਰਾ ਕੁਝ ਪੁੱਛਾਂਗਾ। ਤੇ ਅੱਗੇ ਜਦੋਂ ਰਾਣੀ ਸਤਸੰਗ ਦੇ ਵਿੱਚੋਂ ਉੱਠਦੀ ਹੈ, ਰਾਜਾ ਹਰੀਚੰਦ ਖੜਾਮ ਚੁੱਕ ਕੇ ਲੈ ਗਿਆ। ਰਾਣੀ ਜਦੋਂ ਸੰਗਤ ਕਰਕੇ ਕੀਰਤਨ ਕਰਕੇ ਜਦੋਂ ਉੱਠੀ, ਸੰਗਤ ਕੀਰਤਨ ਦੀ ਸਮਾਪਤੀ ਹੋਈ, ਆਪਣੇ ਜੋੜੇ ਪਾਉਣ ਲੱਗੀ, ਜਦੋਂ ਆਈ ਆ ਤੇ ਵੇਖਦੀ ਹੈ ਉੱਥੇ ਖੜਾਮ ਇੱਕੋ ਹੀ ਆ ਤੇ ਇੱਕ ਖੜਾਮ ਨਹੀਂ। ਤੇ ਉਸ ਸਮੇਂ ਵੇਖਿਆ ਪਾਸਾ ਖੜਾਮ ਨਹੀਂ ਮਿਲੀ, ਤੇ ਗੁਰਮੁਖ ਪਿਆਰਿਓ ਨਾਲਦਿਆਂ ਨੇ ਪੁੱਛਿਆ, ਤੇ ਉਹ ਕਹਿਣ ਲੱਗੇ ਵੀ ਰਾਣੀ ਕਹਿੰਦੀ ਵੀ ਖੜਾਮ ਦੀ ਤਾਂ ਕੋਈ ਗੱਲ ਨਹੀਂ, ਪਰ ਰਾਜਾ ਮੈਨੂੰ ਪੁੱਛੇਗਾ ਵੀ ਖੜਾਮ ਕਿੱਥੇ ਚਲੀ ਗਈ, ਪਰ ਮੈਨੂੰ ਉਹਨੇ ਸੰਗਤ ਦੇ ਵਿੱਚ ਨਹੀਂ ਆਉਣ ਦੇਣਾ। ਕਦੇ ਮੇਰਾ ਸੰਗਤ ਦੇ ਵਿੱਚ ਆਉਣਾ ਬੰਦ ਹੋ ਜਾਵੇਗਾ। ਖੜਾਮ ਦੀ ਕੋਈ ਗੱਲ ਨਹੀਂ, ਖੜਾਮ ਤਾਂ ਬਣ ਜਾਵੇਗੀ, ਹੋਰ ਬਣ ਜਾਵੇਗੀ, ਪਰ ਮੇਰੀ ਸੰਗਤ ਦੇ ਵਿੱਚ ਆਉਣਾ ਬੰਦ ਹੋ ਜਾਵੇਗਾ। ਤੇ ਉਸ ਸਮੇਂ ਤੇ ਗੁਰਮੁਖ ਪਿਆਰੇ ਜਦੋਂ ਰੱਬ ਦੇ ਪਿਆਰੇ ਜਿਹੜੇ ਸੰਗਤ ਕਰਦੇ ਸੀ ਉਹਨਾਂ ਨੂੰ ਪੁੱਛਿਆ ਵੀ ਰਾਣੀ ਦੀ ਖੜਾਮ ਕੋਈ ਲੈ ਗਿਆ ਚੁੱਕ ਕੇ, ਕੀ ਕੀਤਾ ਜਾਵੇ। ਤੇ ਉਸ ਸਮੇਂ ਫਿਰ ਕੀ ਹੋਇਆ, ਉਹ ਭਾਈ ਗੁਰਦਾਸ ਜੀ ਅਗਲੀ ਪੰਕਤੀ ਵਿੱਚ ਦੱਸਦੇ ਹਨ ਜੀ, ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਓ ਪ੍ਰਾਣੀ। ਕਹਿੰਦੇ ਉਸੇ ਸਮੇਂ ਫਿਰ ਰੱਬ ਦੇ ਪਿਆਰਿਆਂ ਨੇ ਜਿਹੜੀ ਸੰਗਤ ਸੀ ਨਾ, ਦੀਵਾਨ ਸੁਣ ਕੀਰਤਨ ਸੁਣ ਆਈ ਸੀ, ਉਸ ਸਮੇਂ ਸਾਰੀ ਸੰਗਤ ਨੇ ਇਕੱਠੇ ਹੋ ਕੇ ਫਿਰ ਅਰਦਾਸ ਕੀਤੀ। ਅਰਦਾਸ ਜਦੋਂ ਗੁਰਮੁਖ ਪਿਆਰਿਓ ਦਿਲ ਤੋਂ ਕੀਤੀ ਜਾਵੇ, ਉਹ ਫਿਰ ਧੁਰ ਦਰਗਾਹ ਤੱਕ ਸੁਣੀ ਜਾਂਦੀ ਹੈ, ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਪੁਕਾਰ ਜਦੋਂ ਕੋਈ ਕਰਦਾ ਨਾ, ਅੰਦਰੋਂ ਜੁੜ ਕੇ ਕਰਦਾ, ਉਹ ਪ੍ਰਮਾਤਮਾ ਦੇ ਦਰ ਤੇ ਸੁਣੀ ਜਾਂਦੀ ਹੈ। ਹੁਣ ਰਾਣੀ ਵੀ ਆਪਣੇ ਮਨ ਦੇ ਵਿੱਚ ਅਰਦਾਸਾਂ ਕਰਦੀ ਆਵੇ, ਸਤਸੰਗ ਸੁਣਦੀ ਸੀ, ਵਿਸ਼ਵਾਸ ਬਣ ਗਿਆ, ਪ੍ਰਮਾਤਮਾ ਤੇ ਭਰੋਸਾ ਹੈ। ਉਹ ਵੀ ਅਰਦਾਸਾਂ ਕਰਦੀ ਹੈ, ਹੇ ਵਾਹਿਗੁਰੂ ਪ੍ਰਮਾਤਮਾ ਜੀ, ਤੁਸੀਂ ਆਪਣੇ ਪਿਆਰਿਆਂ ਦੀ ਭਗਤਾਂ ਦੀ ਲਾਜ ਰੱਖਦੇ ਆਏ ਹੋ, ਜਿਵੇਂ ਦਰੂਪਤਾਂ ਦੀ ਲਾਜ ਰੱਖਿਆ ਹੋਵੇ ਮੇਰੀ ਵੀ ਲਾਜ ਰੱਖੋ। ਤੇ ਉਹ ਅਰਦਾਸਾਂ ਕਰਦੀ ਆ ਗੁਰਮੁਖ ਪਿਆਰਿਓ। ਤੇ ਗੁਰੂ ਦੇ ਪਿਆਰਿਆਂ ਨੇ, ਰੱਬ ਦੇ ਪਿਆਰਿਆਂ ਨੇ, ਸਾਰੀ ਸੰਗਤ ਨੇ ਮਿਲ ਕੇ ਜਦੋਂ ਅਰਦਾਸ ਕੀਤੀ, ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਓ ਪ੍ਰਾਣੀ। ਕਹਿੰਦੇ ਜਦੋਂ ਅਰਦਾਸ ਕਰਕੇ ਬਾਹਰ ਆਉਂਦੇ ਨੇ, ਜਿੱਥੇ ਇੱਕ ਖੜਾਮ ਸੀ ਉਹਦੇ ਨਾਲ ਉਸੇ ਤਰ੍ਹਾਂ ਦੀ ਉਸੇ ਵਰਗੀ ਖੜਾਮ ਨਾਲ ਪਈ। ਆਖੋ ਸਤਨਾਮ, ਨਾਲ ਖੜਾਮ ਪਈ ਹੈ, ਦੋਵੇਂ ਖੜਾਮਾਂ ਇਕੱਠੀਆਂ ਪਈਆਂ ਨੇ। ਰਾਣੀ ਨੇ ਖੜਾਮ ਪਾਈ ਤੇ ਗੁਰਮੁਖ ਪਿਆਰੋ ਪਾ ਕੇ ਖੜਾਮਾਂ ਜਦੋਂ ਰਾਣੀ ਆਪਣੇ ਮਹਿਲਾਂ ਦੇ ਵਿੱਚ ਚਲੀ ਗਈ, ਹੁਣ ਰਾਜਾ ਬੈਠਾ ਵੇਖਦਾ ਵੀ ਰਾਣੀ ਆਊ ਤੇ ਆਉਂਦੀ ਮੈਂ ਪੁੱਛੂੰਗਾ। ਤੇ ਜਦੋਂ ਵੇਖੀਆਂ ਖੜਾਮਾਂ ਤੇ ਵੇਖ ਕੇ ਹੈਰਾਨ ਹੋ ਗਿਆ। ਭਾਈ ਗੁਰਦਾਸ ਜੀ ਅਗਲੀ ਪੰਕਤੀ ਵਿੱਚ ਦੱਸਦੇ ਹਨ, ਰਾਜੇ ਡਿਠਾ ਚਲਤ ਇਹੋ ਖੜਾਵ ਹੈ ਚੋਜ ਵਿਡਾਣੀ। ਰਾਜੇ ਡਿਠਾ ਚਲਤੇ ਹੋ, ਰਾਜੇ ਡਿਠਾ ਚਲਤ ਇਹੋ ਇਹ ਖੜਾਵ ਹੈ ਚੋਜ ਵਿਡਾਣੀ। ਡਿਠਾ ਦਾ ਅਰਥ ਹੁੰਦਾ ਦੇਖਿਆ। ਕਹਿੰਦੇ ਜਦੋਂ ਰਾਜੇ ਨੇ ਵੇਖਿਆ ਨਾ, ਇਹ ਕੌਤਕ ਵੇਖਿਆ, ਉਹ ਹੈਰਾਨ ਹੋ ਗਿਆ ਵੀ ਖੜਾਮ ਤਾਂ ਮੈਂ ਚੁੱਕ ਕੇ ਲਿਆਇਆ ਜੀ, ਇਹ ਖੜਾਮ ਕਿਵੇਂ, ਇਹ ਦੋ ਖੜਾਮਾਂ ਕਿਵੇਂ ਪੈਰਾਂ ਦੇ ਵਿੱਚ ਪਾਈ ਹੋਈ। ਉਹਨੇ ਫਿਰ ਜਾ ਕੇ ਵੇਖਿਆ ਵੀ ਜਿੱਥੇ ਖੜਾਮ ਲਕੋਈ ਸੀ, ਉਹ ਖੜਾਮ ਵੇਖੀ ਤੇ ਗੁਰਮੁਖ ਪਿਆਰਿਓ ਤਿੰਨ ਖੜਾਮਾਂ, ਤੇ ਜਿਹੜੇ ਉਹ ਚੁੱਕ ਕੇ ਲੈ ਗਏ ਉਹ ਵੀ ਪਈਆ, ਤੇ ਦੋ ਖੜਾਮ ਉਹਨਾਂ ਦੇ ਪੈਰਾ ਜੋੜਾ ਪਾਇਆ ਹੋਇਆ ਰਾਣੀ ਦੇ। ਉਹ ਵੇਖ ਕੇ ਹੈਰਾਨ ਹੋ ਗਿਆ। ਤੇ ਉਸ ਸਮੇਂ ਗੁਰਮੁਖ ਪਿਆਰਿਓ ਰਾਜਾ ਵੇਖ ਕੇ ਜਦੋਂ ਹੈਰਾਨ ਹੋਇਆ, ਰਾਣੀ ਨੂੰ ਪੁੱਛਦਾ ਵੀ ਇਹ ਜਿਹੜੀ ਤੇਰੀ ਖੜਾਮ ਸੀ ਤਾਂ ਮੈਂ ਚੁੱਕ ਕੇ ਲੈ ਕੇ ਆਇਆ ਸੀ, ਇਹ ਤੂੰ ਖੜਾਮ ਕਿੱਥੋਂ ਲੈ ਕੇ ਆਈ ਆ, ਇਹ ਖੜਾਮ ਕਿਹਨੇ ਬਣਾਈ ਆ? ਜਿਹੜੀਆਂ ਮੈਂ ਖੜਾਮਾਂ ਬਣਵਾਈਆਂ ਸੀ ਇਹਦੇ ਵਿੱਚ ਉਹਦੇ ਵਿੱਚ ਫਰਕ ਕੋਈ ਨਹੀਂ, ਪਰ ਉਹ ਖੜਾਮਾਂ ਬਣਾਉਣ ਨੂੰ ਬੜਾ ਸਮਾਂ ਲੱਗਿਆ ਸੀ, ਟਾਈਮ ਲੱਗ ਗਿਆ ਸੀ, ਬੜੀਆਂ ਮਹਿੰਗੀਆਂ ਖੜਾਮਾਂ ਸਨ, ਤੇ ਇਹ ਖੜਾਮ ਤੂੰ ਕਿੱਥੋਂ ਬਣਵਾ ਕੇ ਲੈ ਕੇ ਆਈਆਂ? ਤੇ ਉਸ ਸਮੇਂ ਰਾਣੀ ਨੂੰ
ਤਾਰਾ ਰਾਣੀ ਨੂੰ ਰਾਜਾ ਹਰੀ ਚੰਦ ਇਸ ਤਰ੍ਹਾਂ ਪੁੱਛ ਰਿਹਾ ਨੂੰ ਧਿਆਨ ਨਾਲ ਦੇ ਵਿੱਚ ਇਤਿਹਾਸ ਨੂੰ ਪੜ੍ਹ ਲਈਏ। ਤੇਰੀਆਂ ਜੋੜੀਆਂ ਬਣਾਵਣ ਵਾਲਾ, ਕਹਿੰਦਾ ਰਾਜਾ ਹਰੀ ਚੰਦ ਕਹਿੰਦਾ ਜਿਹਨੇ ਜੋੜੀ ਬਣਾਈ ਆ ਨਾ, ਖੜਾਵਾਂ ਦੀ ਜੋੜੀ ਬਣਾਈ ਆ, ਤੇਰੀਆਂ ਜੋੜੀਆਂ ਬਣਾਵਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ, ਜੋੜੀਆਂ ਬਣਾਵਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ, ਤੇਰਾ ਜੋੜੀਆਂ ਬਣਾਵਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ, ਜੋੜੀਆਂ ਬਣਾਵਣ ਵਾਲਾ ਤੇਰੇ ਤਾਰਾ ਰਾਣੀਏ, ਜੋੜੀਆਂ ਬਣਾਵਣ ਜਦੋਂ ਨਾ ਹਰੀ ਚੰਦ ਰਾਜਾ ਪੁੱਛਦਾ, ਕਹਿੰਦਾ ਤਾਰਾ ਰਾਣੀ ਨੂੰ ਇਹ ਦੱਸ, ਹੁਣ ਮੈਂ ਤੈਨੂੰ ਇਹ ਨਹੀਂ ਪੁੱਛਦਾ ਵੀ ਤੂੰ ਕਿੱਥੋਂ ਆਈ ਹੈ, ਕਿੱਥੇ ਗਈ ਹੈ, ਕਹਿੰਦਾ ਮੈਨੂੰ ਬਸ ਇਹੀ ਦੱਸ ਦੇ ਵੀ ਇਹ ਖੜਾਮ ਕਿੱਥੋਂ ਬਣਵਾ ਕੇ ਲੈ ਕੇ ਆਈ, ਉਹ ਤੇਰਾ ਜੋੜੀਆਂ ਜਿਹਨੇ ਖੜਾਵਾਂ ਬਣਾਉਣ ਵਾਲਾ ਕਿੱਥੇ ਬੈਠਾ, ਕਿਹਨੇ ਬਣਾਈ ਹੈ। ਫਿਰ ਉਦੋਂ ਤਾਰਾ ਰਾਣੀ ਨੇ ਨਾ ਜਵਾਬ ਦਿੱਤਾ ਰਾਜੇ ਹਰੀ ਚੰਦ ਨੂੰ। ਜਵਾਬ ਕੀ ਦਿੰਦੀ ਆ, ਸਾਰੇ ਗੱਜ ਕੇ ਬੋਲਿਓ, ਜਿਹਨੇ ਮੇਰੀ ਇਹ ਖੜਾਮ ਬਣਾਈ, ਕਹਿੰਦੇ ਜਿਹਨੇ ਮੇਰੀ ਖੜਾਮ ਬਣਾਈ ਹੈ ਨਾ, ਸੁਣਿਆ ਧਿਆਨ ਨਾਲ, ਜਿਹਨੇ ਮੇਰੀ ਇਹ ਖੜਾਮ ਬਣਾਈ, ਸੰਗਤਾਂ ਦੇ ਵਿੱਚ ਵਸਦਾ, ਮੇਰੀ ਇਹ ਖੜਾਮ ਬਣਾਈ, ਸੰਗਤਾਂ ਦੇ ਵਿੱਚ ਵਸਦਾ, ਜਿਹਨੇ ਮੇਰੀ ਇਹ ਖੜਾਮ ਬਣਾਈ, ਸੰਗਤਾਂ ਦੇ ਵਿੱਚ ਵਸਦਾ, ਮੇਰੀ ਇਹ ਖੜਾਮ ਬਣਾਈ, ਸੰਗਤਾਂ ਦੇ ਵਿੱਚ ਵਸਦਾ।
ਸੰਗਤਾਂ ਦੇ ਮੇਰੇ ਪਿਆਰੇ ਬਈ ਸੰਗਤਾਂ ਦੇ ਵਿੱਚ ਵਸਦਾ ਪਿਆਰੇ ਦੀ ਸੰਗਤਾਂ ਦੇ ਵਿੱਚ ਵਸਦਾ ਪਿਆਰੇ ਦੀ ਸੰਗਤਾਂ ਦੇ ਵਿੱਚ ਵਸਦਾ ਵਿੱਚ ਵਸਦਾ ਪਿਆਰੇ ਦੀ ਸੰਗਤਾਂ ਜਿਨੇ ਮੇਰੀ ਇਹ ਖੜਾਮ ਬਣਾਈ ਦੇ ਵਿੱਚ ਵਸਦਾ ਮੇਰੀ ਇਹ ਖੜਾਮ ਬਣਾਈ ਓ ਸੰਗਤਾਂ ਦੇ ਵਿੱਚ ਵਸਦਾ ਮੇਰੀ ਇਹ ਖੜਾਮ ਸੰਗਤਾਂ ਦੇ ਵਿੱਚ ਵਸਦਾ ਜੀ ਮੇਰੀ ਇਹ ਖੜਾਮ ਜੀ ਸੰਗਤਾਂ ਦੇ ਕਹਿੰਦੀ ਉਹ ਤਾਂ ਸੰਗਤਾਂ ਦੇ ਵਿੱਚ ਵਸਦਾ ਰਾਣੀ ਕਹਿੰਦੀ ਵਿੱਚ ਸੰਗਤ ਹਰ ਪ੍ਰਭ ਵਸੈ ਰੱਬ ਸੰਗਤ ਦੇ ਵਿੱਚ ਵਸਦਾ ਭਾਈ ਗੁਰਬਾਜ ਜੀ ਫਿਰ ਅਖੀਰਲੀ ਪੰਕਤੀ ਵਿੱਚ ਕਹਿੰਦੇ ਹਨ ਸਾਧ ਸੰਗਤ ਵਿਟੋ ਕੁਰਬਾਨੀ ਭਾਈ ਗੁਰਬਾਜ ਜੀ ਕਹਿੰਦੇ ਮੈਂ ਸਾਧ ਸੰਗਤ ਤੋਂ ਵਾਰਨੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਤੇ ਗੁਰਮੁਖ ਪਿਆਰਿਓ ਵਾਰ-ਵਾਰ ਬਲਿਹਾਰ ਜਾਈਏ ਗੁਰੂ ਦੀ ਸੰਗਤ ਤੋਂ ਸੰਗਤ ਬਹੁਤ ਵੱਡੀ ਹੁੰਦੀ ਹੈ ਤੇ ਗੁਰਮੁਖ ਪਿਆਰਿਓ ਜੇ ਕਿਤੇ ਸੰਗਤ ਅਰਦਾਸ ਕਰ ਦੇਵੇ ਦੁੱਖ ਟੁੱਟ ਜਾਂਦੇ ਨੇ ਵੱਡੇ ਵੱਡੇ ਰੋਗ ਟੁੱਟ ਜਾਂਦੇ ਨੇ ਜੇ ਗੁਰੂ ਦੀ ਹਜ਼ੂਰੀ ਵਿੱਚ ਸੰਗਤ ਰੂਪ ਜੁੜ ਕੇ ਅਰਦਾਸ ਹੋ ਜਾਵੇ ਤੇ ਗੁਰਮੁਖ ਪਿਆਰਿਓ ਤਾਰਾ ਰਾਣੀ ਦੀ ਇਸ ਤਰ੍ਹਾਂ ਉਹ ਸਾਰਾ ਕੌਤਕ ਵੇਖ ਕੇ ਰਾਜੇ ਹਰੀ ਚੰਦ ਦੀ ਸਰਦਾ ਬਣ ਗਈ ਸੰਗਤ ਦੇ ਉੱਪਰ ਦੇਖੋ ਇੱਕ ਨਾਸਤਕ ਨੂੰ ਆਸਤਕ ਬਣਾ ਦਿੱਤਾ ਸਰਦਾ ਵਾਲਾ ਬਣਾ ਦਿੱਤਾ ਤੇ ਜੇ ਉਹ ਤਾਰਾ ਰਾਣੀ ਰੱਬ ਨਾਲ ਜੁੜੀ ਸੀ ਤੇ ਉਹਨੂੰ ਆਪਣੇ ਪਤੀ ਨੂੰ ਰਾਜੇ ਹਰੀ ਚੰਦ ਨੂੰ ਤੇ ਗੁਰਮੁਖ ਪਿਆਰਿਓ ਦੇਖੋ ਆਸਤਕ ਭਾਵਨਾ ਸਰਦਾ ਵਾਲਾ ਬਣਾ ਸੋ ਰੱਬ ਮਿਹਰ ਕਰੇ ਆਪਣੇ ਸਾਰਿਆਂ ਦੇ ਉੱਪਰ ਭਾਵਨਾ ਬਣ ਜਾਵੇ ਸੰਗਤ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਤੇ ਗੁਰਮੁਖ ਪਿਆਰਿਓ ਸਤਿਗੁਰੂ ਦੀ ਮਿਹਰ ਹੁੰਦੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਪਿਆਰਿਓ ਸੰਗਤ ਜ਼ਰੂਰ ਕਰਿਆ ਕਰੋ ਹਫ਼ਤੇ ਬਾਅਦ ਐਤਵਾਰ ਨੂੰ ਜ਼ਰੂਰ ਸੰਗਤ ਵਿੱਚ ਹਾਜ਼ਰੀ ਲਵਾਇਆ ਕਰੋ ਤੇ ਸੰਗਤ ਦੇ ਵਿੱਚ ਹੀ ਰੱਬ ਦੇ ਦਰਸ਼ਨ ਹੁੰਦੇ ਸਤਿਗੁਰੂ ਜੀ ਮਿਹਰ ਕਰਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਲੰਗਰ ਔਰ ਦੇਗ ਦੀ ਸੇਵਾ ਸਤਿਕਾਰਯੋਗ ਮਾਤਾ ਹਰਭਜਨ ਕੌਰ ਧਨੇਸਰ ਸਮੂਹ ਪਰਿਵਾਰ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਚਾਪੜਾ ਸਮੂਹ ਪਰਿਵਾਰ ਸੋ ਸਾਰੇ ਪਰਿਵਾਰ ਨੂੰ ਰਲ ਮਿਲ ਕੇ ਸੋ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸੋ ਪਹਿਲਾ ਪਰਿਵਾਰ ਨੇ ਸ੍ਰੀ ਸਹਿਜ ਪਾਠ ਪ੍ਰਕਾਸ਼ ਕਰਵਾਏ ਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਨੇ ਸਹਿਜ ਪਾਠਾਂ ਦੇ ਸੋ ਅੱਜ ਲੰਗਰ ਦੀ ਸੇਵਾ ਇਸ ਪਰਿਵਾਰ ਨੇ ਕੀਤੀ ਹੈ ਵੱਡਿਆਂ ਭਾਗਾਂ ਵਾਲਾ ਪਰਿਵਾਰ ਹੈ ਇਸ ਪਰਿਵਾਰ ਦੀਆਂ ਬਹੁਤ ਘੱਟ ਗੈਰ ਹਾਜ਼ਰੀਆਂ ਨੇ ਗੁਰੂ ਘਰ ਦੇ ਵਿੱਚ ਸੰਗਤ ਦੇ ਵਿੱਚ ਪਰਿਵਾਰ ਨੇ ਆ ਕੇ ਹਾਜ਼ਰੀ ਭਰਦੇ ਨੇ ਹਰ ਇੱਕ ਐਤਵਾਰ ਨੂੰ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਨੇ ਸੋ ਭਾਈ ਰਪਿੰਦਰ ਸਿੰਘ ਗੁਰੂ ਘਰ ਦੇ ਵਿੱਚ ਬੜੀ ਸੇਵਾ ਕਰਦੇ ਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪਰਿਵਾਰ ਤੇ ਮੇਰਾ ਭਲਾ ਹੱਥ ਰੱਖਣ ਤੰਦਰੁਸਤੀਆਂ ਬਖਸ਼ ਕਰਨ ਇਸ ਪਰਿਵਾਰ ਵੱਲੋਂ ਗੁਰੂ ਦਰਬਾਰ ਸਾਹਿਬ ਦੀਆਂ ਚਿੱਟੀਆਂ ਚਾਦਰਾਂ ਨੇ ਨਵੀਆਂ ਚਾਦਰਾਂ ਵਸਾਈ ਦੀ ਸੇਵਾ ਕੀਤੀ ਹੈ ਤੇ ਲੰਗਰ ਦੀ ਸੇਵਾ ਦੇਗ ਦੀ ਸੇਵਾ ਪਰਿਵਾਰ ਨੇ ਕੀਤੀ ਹੈ ਸਤਿਗੁਰੂ ਜੀ ਸੇਵਾਵਾਂ ਇਸ ਪਰਿਵਾਰ ਦੀਆਂ ਅੱਗੇ ਵੀ ਬੇਅੰਤ ਗੁਰੂ ਘਰ ਦੇ ਵਿੱਚ ਸੇਵਾਵਾਂ ਨੇ ਜਦੋਂ ਵੀ ਲੋੜ ਹੁੰਦੀ ਹੈ ਪਰਿਵਾਰ ਵੱਧ ਚੜ੍ਹ ਕੇ ਸੇਵਾਵਾਂ ਕਰਦਾ ਨਿਭਾਉਂਦੇ ਆ ਰਹੇ ਨੇ ਸਤਿਗੁਰੂ ਜੀ ਕਿਰਪਾ ਕਰਨ ਇਸ ਪਰਿਵਾਰ ਤੇ ਮੇਰਾ ਭਰਿਆ ਹੱਥ ਰੱਖਣ ਤੰਦਰੁਸਤੀਆਂ ਬਖਸ਼ਿਸ਼ ਕਰਨ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਿਸ਼ ਕਰਨ ਸਤਿਗੁਰੂ ਜੀ ਮਿਹਰ ਕਰਨ ਸੁਆਓ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਆਰ ਦੇ ਨਾਲ ਕੀਰਤਨ ਦਰਬਾਰ ਦੇ ਵਿੱਚ ਹਾਜ਼ਰੀ ਭਰ ਕੇ ਜੀਵਨ ਸਫਲ ਬਣਾਇਆ ਬਾਕੀ ਦੇ ਪ੍ਰੋਗਰਾਮ ਸੈਕਟਰੀ ਸਾਹਿਬ ਜੀ ਦੱਸਣਗੇ ਆਓ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਸਮਾਪਤ